ਇਹ ਵਾਰ ਸਾਹਿਬ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਹੈ। ਜੈਤਸਰੀ ਰਾਗ ਅੰਦਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 705 ਤੇ ਅੰਕਿਤ ਹੈ। ਜੈਤਸਰੀ ਮਹਿਲਾ ਪੰਜਵਾਂ, ਵਾਰ ਸ਼ਲੋਕਾਂ ਨਾਲ। ਇਸ ਵਾਰ ਦੀ ਬੋਲੀ ਔਰ ਬਣਤਰ ਖਾਸ ਧਿਆਨਯੋਗ ਹੈ। ਇਸ ਵਾਰ ਦੀ ਹਰ ਇੱਕ ਪੌੜੀ ਦੇ ਪਹਿਲਾਂ ਇੱਕ ਸ਼ਲੋਕ ਦਿੱਤਾ ਹੈ, ਜਿਸ ਦੇ ਦੋ ਹਿੱਸੇ ਨੇ। ਇੱਕ ਵਿੱਚ ਤਾਂ ਪੂਰਬੀ ਬੋਲੀ ਪ੍ਰਾਕਿਰਤ ਜਾਂ ਗਾਥਾ ਵਰਤੀ ਹੈ, ਜੋ ਪੁਰਾਤਨ ਸਾਧਾਂ ਦੇ ਡੇਰਿਆਂ ਤੇ ਸਾਰੇ ਹਿੰਦ ਵਿੱਚ ਸਮਝੀ ਜਾਂਦੀ ਸੀ। ਇਹ ਵੱਖੋ ਵੱਖਰੀਆਂ ਪ੍ਰਾਂਤਿਕ ਬੋਲੀਆਂ ਦੇ ਵਿਆਕਰਨਿਕ ਵਖੇਵਿਆਂ ਤੋਂ ਆਜ਼ਾਦ ਹੁੰਦੀ ਸੀ। ਮਸਲਨ ਜਿਵੇਂ ਹਿੰਦੀ ਵਿੱਚ ਬੋਲਦੇ ਨੇ ਕਰਤੇ ਹੈ, ਪੰਜਾਬੀ ਵਿੱਚ ਬੋਲਦੇ ਹਨ ਕਰਦੇ ਹਨ। ਇਹਨਾਂ ਪ੍ਰਾਂਤਿਕ ਰੂਪਾਂ ਦੀ ਥਾਂ ਸ਼ਬਦ ਕਰੰਤ ਵਰਤਿਆ ਜਾਂਦਾ ਸੀ, ਤੇ ਦੂਜੇ ਹਿੱਸੇ ਵਿੱਚ ਉਸੇ ਗੱਲ ਨੂੰ ਲਹਿੰਦੀ ਬੋਲੀ ਵਿੱਚ ਲਿਖਿਆ ਹੈ। ਫਿਰ ਸਾਰੇ ਖਿਆਲ ਨੂੰ ਆਪਣੀ ਬੋਲੀ ਦੇ ਅੰਦਰ ਪੌੜੀ ਦੇ ਵਿੱਚ ਵਿਸਥਾਰ ਦੇ ਨਾਲ ਖੋਲ ਕੇ ਦੱਸਿਆ ਹੈ। ਇੱਕ ਓੰਕਾਰ ਸਤ ਗੁਰ ਪ੍ਰਸਾਦ। ਇੱਕ ਓੰਕਾਰ ਤੋਂ ਭਾਵ ਇੱਕ ਸਰਬ ਵਿਆਪਕ ਪਰਮ ਸੱਤਿਆ, ਜਿਸ ਕਰਕੇ ਸੰਸਾਰ ਦੀ ਉਤਪत्ति, ਲੈਤਾ, ਪਾਲਣਾ ਔਰ ਸੰਚਾਲਨ ਹੁੰਦਾ ਹੈ। ਅਦਿਸਤਾ ਸਾਰਾ ਜਗਤ, ਜਿਸ ਦਾ ਪ੍ਰਤੱਖ ਰੂਪ ਹੈ। ਸਤ ਦਾ ਮਤਲਬ ਉਹ ਸदैव ਹੈ, ਸਦਾ ਹੈ, ਅਵਿਨਾਸ਼ੀ ਹੈ, ਜਿਸ ਦਾ ਕਦੇ ਵਿਨਾਸ਼ ਨਹੀਂ ਹੋਣਾ। ਐਸੀ ਪਰਮ ਸੱਤਿਆ ਪ੍ਰਭੂ ਦੇ ਨਾਲ ਸਾਡਾ ਜੋ ਸੰਬੰਧ ਹੈ ਉਹ ਕਿਵੇਂ ਬਣਦਾ ਹੈ? ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਨਾਲ, ਗੁਰੂ ਦੀ ਰਹਿਮਤ ਨਾਲ, ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀਵਿਆ। ਸ਼ਲੋਕ ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਆਦਿ ਦਾ ਮਤਲਬ ਜਗਤ ਦੇ ਸ਼ੁਰੂ ਤੋਂ, ਜਦੋਂ ਇਹ ਰਚਨਾ ਰਚੀ ਵੀ ਨਹੀਂ ਸੀ ਗਈ। ਮੱਧ ਦਾ ਮਤਲਬ ਜੋ ਚੱਲ ਰਿਹਾ ਸਮਾਂ ਹੈ। ਅੰਤ ਦਾ ਮਤਲਬ ਆਉਣ ਵਾਲੇ ਸਮੇਂ ਦੇ ਅੰਦਰ ਜਗਤ ਦੇ ਮੁੱਕ ਜਾਣ ਤੱਕ। ਪੂਰਨ ਦਾ ਮਤਲਬ ਵਿਆਪਕ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹ ਪਰਮ ਸੱਤਿਆ ਜਗਤ ਦੇ ਸ਼ੁਰੂ ਵਿੱਚ ਵੀ ਵਿਆਪਕ ਸੀ, ਹੁਣ ਵੀ ਵਿਆਪਕ ਹੈ, ਔਰ ਜਦੋਂ ਸੰਸਾਰ ਦਾ ਅੰਤ ਹੋਵੇਗਾ ਉਦੋਂ ਵੀ ਉਹ ਵਿਆਪਕ ਹੀ ਹੋਵੇਗਾ। ਹੁਣ ਇੱਕ ਗੱਲ ਸਮਝ ਲੈਣਾ ਕਿ ਇਸ ਪਾਵਨ ਪੰਕਤੀ ਦਾ ਪਾਠ ਦੇ ਮੱਧ ਦੇ ਨਾਲ ਕੋਈ ਸੰਬੰਧ ਨਹੀਂ ਹੈ। ਆਮ ਕਰਕੇ ਅਸੀਂ ਦੇਖਦੇ ਹਾਂ ਕਿ ਜਦੋਂ ਸਹਿਜ ਪਾਠ ਜਾਂ ਅਖੰਡ ਪਾਠ ਸਾਹਿਬ ਕਿਤੇ ਰੱਖਿਆ ਹੋਵੇ, ਤਾਂ ਜਦੋਂ ਇਹ ਪੰਕਤੀ ਆਉਂਦੀ ਹੈ ਤਾਂ ਉਦੋਂ ਕਰੀਬ ਕੜਾਹ ਪ੍ਰਸ਼ਾਦ ਦੀ ਦੇਗ ਬਣਾ ਕੇ ਤੇ ਮੱਧ ਦੀ ਅਰਦਾਸ ਕੀਤੀ ਜਾਂਦੀ ਹੈ ਕਿ ਇਹ ਇੱਥੇ ਪਾਠ ਦਾ ਮੱਧ ਹੈ। ਦੇਖੋ, ਅਰਦਾਸ ਕਰਨਾ ਨਾ ਕਰਨਾ ਉਹ ਇੱਕ ਵੱਖਰਾ ਟੌਪਿਕ ਹੈ, ਲੇਕਿਨ ਇਸ ਪੰਕਤੀ ਦਾ ਪਾਠ ਤੇ ਮੱਧ ਦੇ ਨਾਲ ਕੋਈ ਸੰਬੰਧ ਨਹੀਂ ਹੈ। ਤੇ ਜਦੋਂ ਅਸੀਂ ਰਹਿਤ ਮਰਿਆਦਾ ਵਿੱਚ ਪੜ੍ਹਦੇ ਹਾਂ ਤਾਂ ਉੱਥੇ ਵੀ ਜੋ ਹੈ ਮੱਧ ਦੇ ਅਰਦਾਸ ਦਾ ਜੋ ਜ਼ਿਕਰ ਨਹੀਂ ਹੈ, ਲੇਕਿਨ ਇਹ ਜੋ ਪੰਕਤੀ ਹੈ ਇਹਦਾ ਮੱਧ ਦੇ ਨਾਲ ਕੋਈ ਸੰਬੰਧ ਨਹੀਂ। ਸ੍ਰੀ ਅਖੰਡ ਪਾਠ ਸਾਹਿਬ ਜਾਂ ਸਹਿਜ ਪਾਠ ਤੇ ਮੱਧ ਦੇ ਨਾਲ ਕੋਈ ਸੰਬੰਧ ਨਹੀਂ ਹੈ। ਇੱਥੇ ਇਹਦਾ ਅਰਥ ਜੋ ਹੈ ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਆਦਿ ਦਾ ਮਤਲਬ ਸ਼ੁਰੂ ਵਿੱਚ ਵੀ ਉਹ ਪਰਿਪੂਰਨ ਸੀ, ਮੱਧ ਦਾ ਮਤਲਬ ਇਸ ਵਕਤ ਵੀ ਪਰਿਪੂਰਨ ਹੈ, ਅੰਤ ਪੂਰਨ ਪਰਮੇਸ਼ਰ ਦਾ ਮਤਲਬ ਉਹ ਪ੍ਰਭੂ ਅੰਤ ਵਿੱਚ ਵੀ, ਆਉਣ ਵਾਲੇ ਸਮੇਂ ਵਿੱਚ ਵੀ ਪਰਿਪੂਰਨ ਹੋਵੇਗਾ, ਵਿਆਪਕ ਹੋਵੇਗਾ। ਉਹ ਕਿਤੇ ਇਸ ਸੰਸਾਰ ਤੋਂ ਵੱਖਰਾ ਨਹੀਂ ਹੈ, ਸਰਬ ਵਿਆਪਕ ਹੈ। ਸਿਮਰੰਤ ਸੰਤ ਸਰਬਤਰ ਰਮਣੰ, ਨਾਨਕ ਅਘਨਾਸਨ ਜਗਦੀਸ਼ੁਰ ਹੈ। ਸੰਤ ਦਾ ਮਤਲਬ ਜੋ ਪ੍ਰਭੂ ਦੇ ਪਿਆਰੇ ਨੇ, ਜੋ ਸਚਿਆਰ ਨੇ। ਸਿਮਰੰਤ ਦਾ ਮਤਲਬ ਉਸ ਪ੍ਰਭੂ ਦੀ ਸਿਫਤ ਸਲਾਹ ਕਰਦੇ ਹਨ, ਉਸ ਨੂੰ ਹਮੇਸ਼ਾ ਯਾਦ ਰੱਖਦੇ ਨੇ। ਸਰਬਤਰ ਰਮਣੰ, ਸਰਬਤਰ ਰਮਣੰ ਦਾ ਮਤਲਬ ਜੋ ਸਰਬ ਵਿਆਪਕ ਹੈ। ਰਮਣੰ ਦਾ ਮਤਲਬ ਜੋ ਰਮਣ ਕਰ ਰਿਹਾ ਹੈ, ਵਿਆਪਕ ਹੈ। ਸਰਬਤਰ ਰਮਣੰ ਦਾ ਮਤਲਬ ਜੋ ਹਰ ਥਾਂ ਵਿਆਪਕ ਹੈ। ਅਘਨਾਸਨ ਦਾ ਮਤਲਬ ਜੋ ਪਾਪਾਂ ਦੇ ਨਾਸ਼ ਕਰਨ ਵਾਲਾ ਹੈ। ਤੇ ਜਗਦੀਸ਼ੁਰ ਹੈ, ਜਗਦੀਸ਼ੁਰ ਹੈ ਦਾ ਮਤਲਬ ਜਗਤ ਪਲਸ ਈਸ਼ਰ, यानी जगत दा मालक,
जो जगत दा मालक है, पापां नूं नाश करन वाला है, सर्व व्यापक है, उस सर्व व्यापक जगत दे मालक पापां दे विनाशक नूं रब दे प्यारे हमेशा याद रखदे ने। हुण जे असीं चाहुंदे हां कि इस जगत दे अंदरों पाप खत्म होण ਜਾਂ ਸਾਡੀ ਆਪਣੀ ਸੋਚ ਵਿੱਚੋਂ ਪਾਪ ਖਤਮ ਹੋਣ, ਤਾਂ ਉਹਦੇ ਵਾਸਤੇ ਇੱਕੋ ਹੀ ਸਾਧਨ ਹੈ ਰੱਬੀ ਗੁਣਾਂ ਨੂੰ ਆਪਣੀ ਯਾਦ ਦੇ ਅੰਦਰ ਵਸਾਣਾ। ਜਿਸ ਬਾਰੇ ਅਸੀਂ ਸੋਚਦੇ ਹਾਂ, ਜੋ ਅਸੀਂ ਬੋਲਦੇ ਹਾਂ, ਜੋ ਅਸੀਂ ਬਿਹੇਵੀਅਰ ਕਰਦੇ ਹਾਂ, ਵੈਸੀ ਹੀ ਸਾਡੀ ਜ਼ਿੰਦਗੀ ਬਣਦੀ ਚਲੀ ਜਾਂਦੀ ਹੈ। ਜੇਕਰ ਅਸੀਂ ਗੁਣਾਂ ਬਾਰੇ ਸੋਚਾਂਗੇ, ਗੁਣਾਂ ਬਾਰੇ ਬੋਲਾਂਗੇ, ਗੁਣਾਂ ਵਾਲਾ ਬਿਹੇਵੀਅਰ ਕਰਾਂਗੇ, ਤਾਂ ਸਾਡੀ ਜ਼ਿੰਦਗੀ ਦੇ ਅੰਦਰ ਸਿਰਫ ਔਰ ਸਿਰਫ ਗੁਣ ਇਕੱਤਰ ਹੋਣਗੇ, ਸਚਾਈ ਇਕੱਤਰ ਹੋਏਗੀ, ਪਿਆਰ ਇਕੱਤਰ ਹੋਏਗਾ। ਪਾਪ ਆਦਿਕ ਇਕੱਤਰ ਨਹੀਂ ਹੋਣਗੇ, ਕਿਉਂਕਿ ਪਾਪਾਂ ਬਾਰੇ ਸੋਚ ਨਹੀਂ ਰਹੇ, ਬੋਲ ਨਹੀਂ ਰਹੇ, ਯਾਦ ਨਹੀਂ ਕਰ ਰਹੇ। ਇਸ ਲਈ ਜੇ ਜ਼ਿੰਦਗੀ ਵਿੱਚ ਕਿਤੇ ਨੈਗੇਟਿਵਿਟੀ ਜਾਂ ਵਿਕਾਰ ਨੇ, ਉਹਨਾਂ ਨੂੰ ਦੂਰ ਕਰਨ ਦਾ ਇੱਕੋ ਇੱਕ ਸਾਧਨ ਹੈ ਰੱਬੀ ਗੁਣਾਂ ਨੂੰ ਗਾਣਾ। ਔਰ ਗੁਰੂ ਸਾਹਿਬ ਜੀ ਇਸ ਸੰਸਾਰ ਨੂੰ ਪਾਪਾਂ ਤੋਂ ਮੁਕਤ ਵੇਖਣਾ ਚਾਹੁੰਦੇ ਨੇ, ਔਰ ਇਸ ਸੰਸਾਰ ਨੂੰ ਪਾਪਾਂ ਤੋਂ ਮੁਕਤ ਕੀਤਾ ਜਾ ਸਕਦਾ ਹੈ ਜੇਕਰ ਰੱਬੀ ਗੁਣਾਂ ਦੇ ਨਾਲ ਜੁੜਿਆ ਜਾਏ। ਦੇਖਣ ਸੁਣਨ ਸੁਨਾਮਨੋ ਮਨ ਮਹਿ ਦ੍ਰਿੜੀਐ ਸਾਚ। ਦੇਖਣ ਦਾ ਮਤਲਬ ਵਿਵੇਖਣ ਵਾਲਾ, ਦ੍ਰਿੜੀਏ ਦਾ ਮਤਲਬ ਪੱਕੀ ਤਰ੍ਹਾਂ ਟਿਕਾ ਕੇ ਰੱਖੀਏ, ਸੁਨਾਮਨੋ ਦਾ ਮਤਲਬ ਜੋ ਸੁਣਨ ਵਾਲਾ ਹੈ, ਸਾਚ ਦਾ ਮਤਲਬ ਜੋ ਸਦਾ ਥਿਰ ਹੈ, ਜਿਸ ਦਾ ਕਦੇ ਵਿਨਾਸ਼ ਨਹੀਂ ਹੋਣਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸਦਾ ਥਿਰ ਰਹਿਣ ਵਾਲੇ ਪ੍ਰਭੂ ਨੂੰ ਮਨ ਵਿੱਚ ਚੰਗੀ ਤਰ੍ਹਾਂ ਟਿਕਾਣਾ ਚਾਹੀਦਾ ਹੈ, ਮਨ ਵਿੱਚ ਵਸਾਣਾ ਚਾਹੀਦਾ ਹੈ, ਜੋ ਹਰ ਥਾਂ ਆਪ ਵੀ ਵੇਖਣ ਵਾਲਾ ਹੈ ਔਰ ਆਪ ਹੀ ਸੁਣਨ ਵਾਲਾ ਹੈ ਔਰ ਆਪ ਹੀ ਸੁਣਾਉਣ ਵਾਲਾ ਹੈ, ਯਾਨੀ ਜੋ ਹਰ ਥਾਂ ਦੇ ਉੱਤੇ ਵਿਆਪਕ ਹੈ, ਉਸ ਪ੍ਰਭੂ ਨੂੰ ਹਮੇਸ਼ਾ ਹੀ ਆਪਣੇ ਮਨ ਦੇ ਅੰਦਰ ਚੰਗੀ ਤਰ੍ਹਾਂ ਵਸਾਣਾ ਚਾਹੀਦਾ ਹੈ, ਆਪਣੇ ਮਨ ਦੇ ਅੰਦਰ ਉਸ ਨੂੰ ਟਿਕਾਣਾ ਚਾਹੀਦਾ ਹੈ, ਜੋ ਸੁਣਨ ਔਰ ਵੇਖਣ ਵਾਲਾ ਹੈ। ਹੁਣ ਜੇ ਇਹ ਭਾਵਨਾ ਸਾਡੇ ਮਨ ਦੇ ਅੰਦਰ ਪੱਕੀ ਹੋ ਜਾਏ ਕਿ ਪ੍ਰਭੂ ਸਰਬ ਵਿਆਪਕ ਹੈ, ਹਰ ਥਾਂ ਮੇਰੇ ਗੱਲ ਨੂੰ, ਬੋਲਾਂ ਨੂੰ ਸੁਣ ਰਿਹਾ ਹੈ, ਵੇਖ ਰਿਹਾ ਹੈ ਔਰ ਇੱਕ ਸदैवी ਸੱਚ ਹੈ, ਤਾਂ ਫਿਰ ਮੇਰਾ ਜੀਵਨ ਬਦਲੇਗਾ, ਸੋਚ ਬਦਲੇਗੀ। ਫਿਰ ਮੈਂ ਕੋਈ ਐਸਾ ਕਰਮ ਨਹੀਂ ਕਰਾਂਗਾ ਜੋ ਮਾੜਾ ਹੋਵੇ, ਫਿਰ ਮੈਂ ਕੋਈ ਐਸਾ ਬੋਲ ਨਹੀਂ ਬੋਲਾਂਗਾ, ਕਿਉਂਕਿ ਜਿਹੜਾ ਬੋਲ ਮਾੜਾ ਹੋਏਗਾ ਮੈਂ ਬੋਲਾਂਗਾ ਨਹੀਂ, ਕਿਉਂਕਿ ਰੱਬ ਸੁਣ ਰਿਹਾ ਹੈ ਨਾ, ਮੇਰੇ ਅੰਦਰ ਇਹ ਹੋਏਗੀ ਕਿ ਹਰ ਥਾਂ ਤੇ ਮੇਰੇ ਬੋਲ ਸੁਣੇ ਜਾ ਰਹੇ ਨੇ, ਮੇਰੇ ਕਰਮ ਨੂੰ ਵਾਚਿਆ ਜਾ ਰਿਹਾ ਹੈ, ਤਾਂ ਬੰਦਾ ਮਾੜੇ ਕਰਮ ਨਹੀਂ ਕਰੇਗਾ। ਪੂਰ ਰਹੋ ਸਰਬਤਰ ਮੈਂ, ਨਾਨਕ ਹਰ ਰੰਗ ਰਾਜ। ਸਰਬਤਰ ਮੈਂ ਦਾ ਮਤਲਬ ਹਰ ਥਾਂ। ਇਹ ਮੈਂ ਸ਼ਬਦ ਨੂੰ ਬਿੰਦੀ ਲਾ ਕੇ ਨਹੀਂ ਪੜਨਾ, ਮੈਂ ਬਿਨਾਂ ਬਿੰਦੀ ਤੋਂ ਪੜਨਾ ਹੈ ਮੈਂ। ਪੂਰ ਰਹੋ ਸਰਬਤਰ ਮੈਂ, ਸਰਬਤਰ ਮੈਂ ਦਾ ਮਤਲਬ ਸਰਬਤਰਮਈ, ਸਭ ਥਾਵਾਂ ਤੇ। ਪੂਰ ਰਹੋ ਦਾ ਮਤਲਬ ਜੋ ਮੌਜੂਦ ਹੈ। ਹਰ ਰੰਗ ਦਾ ਮਤਲਬ ਹਰੀ ਦਾ ਪਿਆਰ। ਰਾਜ ਦਾ ਮਤਲਬ ਇੱਕ ਹੋ ਜਾ, ਲੀਨ ਹੋ ਜਾ, ਉਹਦੇ ਵਿੱਚ ਹੀ ਮਿਲ ਜਾ। ਤਾਂ ਗੁਰੂ ਜੀ ਕਹਿੰਦੇ ਨੇ, ਹੇ ਨਾਨਕ, ਉਸ ਹਰੀ ਦੀ ਪਿਆਰੀ ਯਾਦ ਵਿੱਚ ਲੀਨ ਹੋ ਜਾ ਜੋ ਸਭ ਥਾਈਂ ਸਭ ਦੇ ਅੰਦਰ ਮੌਜੂਦ ਹੈ। ਦੇਖੋ ਕਿੰਨਾ ਪਿਆਰਾ ਮਹਾਨ ਉਪਦੇਸ਼ ਸੰਦੇਸ਼ ਗੁਰਦੇਵ ਪਾਤਸ਼ਾਹ ਜੀ ਮਨੁੱਖ ਮਾਤਰ ਨੂੰ ਦੇ ਰਹੇ ਨੇ ਕਿ ਜੋ ਸਾਰਿਆਂ ਦੇ ਅੰਦਰ ਵਿਆਪਕ ਹੈ, ਮੇਰੇ ਵਿੱਚ ਵੀ, ਤੁਹਾਡੇ ਵਿੱਚ ਵੀ, ਹੋਰ ਵੀ ਅਨੰਤ ਜੀਵ ਜਨਤਾ ਦੇ ਅੰਦਰ, ਤਾਂ ਉਹਦੇ ਪ੍ਰੇਮ ਦੇ ਅੰਦਰ ਰਚ ਜਾ, ਉਹਦੇ ਪ੍ਰੇਮ ਦੇ ਅੰਦਰ ਲੀਨ ਹੋ ਜਾ। ਹੁਣ ਜੇ ਮਨੁੱਖ ਇਸ ਚੀਜ਼ ਦੇ ਅੰਦਰ ਲੀਨ ਹੋ ਜਾਏ ਕਿ ਪ੍ਰਭੂ ਸਰਬ ਵਿਆਪਕ ਹੈ, ਹਰ ਇੱਕ ਦੇ ਅੰਦਰ ਉਹ ਵਸ ਰਿਹਾ ਹੈ, ਜੇ ਇਹ ਪ੍ਰੀਤ ਅੰਦਰ ਜਾਗ ਜਾਏ ਤਾਂ ਹਰ ਇਨਸਾਨ ਦਾ ਦੂਜੇ ਦੇ ਨਾਲ ਪਿਆਰ ਰੱਬ ਵਰਗਾ ਹੋ ਜਾਏਗਾ। ਤੇ ਦੂਜੀ ਗੱਲ, ਉਹ ਸੱਚਾ ਹੈ ਤਾਂ ਹਰ ਇਨਸਾਨ ਦੀ ਪ੍ਰੀਤ ਸੱਚ ਦੇ ਨਾਲ ਹੋ ਜਾਏਗੀ। ਤੇ ਸੱਚ ਔਰ ਪਿਆਰ ਦੋ ਐਸੇ ਗੁਣ ਨੇ ਜੋ ਮਨੁੱਖ ਨੂੰ ਰੱਬ ਵਰਗਾ ਬਣਾ ਦਿੰਦੇ ਨੇ, ਜੋ ਮਨੁੱਖ ਦੀ ਜ਼ਿੰਦਗੀ ਦੇ ਅੰਦਰ ਸੁੱਖ ਸ਼ਾਂਤੀ ਪੈਦਾ ਕਰ ਦਿੰਦੇ ਨੇ। ਇਸ ਲਈ ਉਹਦੇ ਨਾਲ ਰਚ, ਉਹਦੀ ਪ੍ਰੀਤ ਦੇ ਅੰਦਰ ਸਦਾ ਲਈ ਰਚ ਜਾ, ਜੋ ਸਭ ਦੇ ਅੰਦਰ ਸਮਾਇਆ ਹੋਇਆ ਹੈ। ਪੌੜੀ। ਹਰ ਏਕ ਨਿਰੰਜਨ ਗਾਈਐ, ਸਭ ਅੰਤਰ ਸੋਈ।
सोई का मतलब सार लैण वाला, निरंजन का मतलब माया की मैल तो रहत, निरअंजन, अंजन का मतलब कालख ते निरंजन का मतलब माया तो रहत। गाइए का मतलब गाउना चाहिए है, सिफत सलाह करनी चाहिए है, ਉਹਦੇ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕਰਨਾ ਚਾਹੀਦਾ ਹੈ। ਤਾਂ ਗੁਰੂ ਜੀ ਕਹਿੰਦੇ ਨੇ ਜੋ ਮਾਇਆ ਤੋਂ ਨਿਰਲੇਪ ਹੈ ਉਹਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ, ਜੋ ਸਭ ਥਾਂ ਦੇ ਉੱਤੇ ਮੌਜੂਦ ਹੈ, ਜੋ ਸਭ ਥਾਂ ਤੇ ਵਿਆਪਕ ਹੈ ਔਰ ਮਾਇਆ ਦੀ ਮੈਲ ਤੋਂ ਰਹਿਤ ਹੈ, ਉਹਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ, ਉਸ ਦੇ ਗੁਣ ਗਾਣੇ ਚਾਹੀਦੇ ਨੇ। ਤਾਂ ਜੋ ਰੱਬੀ ਗੁਣਾਂ ਦੇ ਨਾਲ ਜੁੜੇਗਾ ਉਹ ਇਨਸਾਨ ਮਾਇਆ ਦੀ ਮੈਲ ਤੋਂ ਰਹਿਤ ਹੋ ਜਾਏਗਾ, ਉਹਦੇ ਅੰਦਰ ਕੋਈ ਵਿਕਾਰਾਂ ਦੀ ਮੈਲ ਨਹੀਂ ਰਹੇਗੀ। ਉਸ ਇਨਸਾਨ ਦਾ ਜੀਵਨ ਪਾਵਨ ਪਵਿੱਤਰ ਹੋ ਜਾਏਗਾ, ਉਹਦੀ ਸੋਚ, ਉਹਦਾ ਬੋਲ, ਉਹਦਾ ਬਿਹੇਵੀਅਰ ਬਿਲਕੁਲ ਪਵਿੱਤਰ ਹੋ ਜਾਏਗਾ। ਤਾਂ ਇਸ ਤਰ੍ਹਾਂ ਗੁਰੂ ਜੀ ਸਾਨੂੰ ਸ਼ੁਭ ਗੁਣਾਂ ਦੇ ਨਾਲ ਜੋੜ ਕੇ ਇਸ ਸੰਸਾਰ ਵਿੱਚ ਵਿਕਾਰਾਂ ਤੋਂ ਅਲੇਪ ਰਹਿਣ ਦਾ ਉਪਦੇਸ਼ ਕਰ ਰਹੇ ਹਨ। ਕਰਨ ਕਾਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ। ਕਰਨ ਕਾਰਨ ਦਾ ਮਤਲਬ ਸਾਰੇ ਜਗਤ ਦਾ ਮੂਲ, ਸਭ ਕਾਰਨਾਂ ਦੇ ਕਰਨ ਵਾਲਾ, ਯਾਨੀ ਸਰਬ ਸ਼ਕਤੀਮਾਨ। ਤਾਂ ਪ੍ਰਭੂ ਕਰਨ ਕਾਰਨ ਹੈ, ਜਗਤ ਦਾ ਮੂਲ ਹੈ, ਸਰਬ ਸ਼ਕਤੀਮਾਨ ਹੈ। ਉਹ ਜੋ ਕੁਛ ਕਰਦਾ ਹੈ ਉਹੀ ਇਸ ਜਗਤ ਵਿੱਚ ਹੁੰਦਾ ਹੈ, ਉਹੀ ਇਸ ਜਗਤ ਵਿੱਚ ਵਾਪਰਦਾ ਹੈ। ਤਾਂ ਇਹ ਗੱਲਾਂ ਅਸੀਂ ਪਹਿਲਾਂ ਕਈ ਵਾਰ ਸਪਸ਼ਟ ਕਰ ਚੁੱਕੇ ਹਾਂ ਕਿ ਜਗਤ ਦੇ ਅੰਦਰ ਰੱਬ ਦੀ ਰਜ਼ਾ ਭਾਣਾ ਹੁਕਮ ਵਰਤ ਰਿਹਾ ਹੈ। ਰਜ਼ਾ, ਭਾਣਾ, ਹੁਕਮ ਜਾਂ ਲੇਖ, ਇਹਨਾਂ ਚੀਜ਼ਾਂ ਨੂੰ ਸਮਝਣ ਲਈ ਅਸੀਂ ਇੱਕ ਸ਼ਬਦ ਵਰਤ ਸਕਦੇ ਹਾਂ, ਸਿਸਟਮ, ਤੇ ਉਹ ਸਿਸਟਮ ਨੂੰ ਕੋਈ ਬਦਲ ਨਹੀਂ ਸਕਦਾ। ਰਜ਼ਾ ਭਾਣੇ ਨੂੰ ਕੋਈ ਬਦਲ ਨਹੀਂ ਸਕਦਾ, ਲਾ ਆਫ ਨੇਚਰ ਨੂੰ ਕੋਈ ਬਦਲ ਨਹੀਂ ਸਕਦਾ, ਉਹਦੇ ਅੰਦਰ ਹੀ ਸਭ ਕੁਝ ਹੋ ਰਿਹਾ ਹੈ। ਅਸੀਂ ਆਪਣੀ ਮਰਜ਼ੀ ਦੇ ਨਾਲ ਨਾ ਦਿਨ ਛਿਪਾ ਸਕਦੇ ਹਾਂ, ਆਪਣੀ ਮਰਜ਼ੀ ਦੇ ਨਾਲ ਨਾ ਦਿਨ ਚੜਾ ਸਕਦੇ ਹਾਂ, ਭਾਵ ਕਿ ਸਿਸਟਮ ਦੇ ਅੰਦਰ ਕੋਈ ਅਦਲਾ ਬਦਲੀ ਨਹੀਂ ਕੀਤੀ ਜਾ ਸਕਦੀ। ਹਾਂ, ਰੱਬੀ ਰਜ਼ਾ ਨੂੰ ਸਮਝ ਕੇ, ਲਾ ਆਫ ਨੇਚਰ ਨੂੰ ਸਮਝ ਕੇ, ਕੁਦਰਤ ਦੇ ਸਿਸਟਮ ਨੂੰ ਸਮਝ ਕੇ ਮਨੁੱਖ ਨੇ ਬਹੁਤ ਕੁਝ ਖੋਜਿਆ ਹੈ, ਬਹੁਤ ਕੁਝ ਕੀਤਾ ਹੈ। ਆਉਣ ਵਾਲੇ ਸਮੇਂ ਦੇ ਅੰਦਰ ਬਹੁਤ ਕੁਝ ਖੋਜਿਆ ਜਾਏਗਾ, ਬਹੁਤ ਕੁਝ ਕੀਤਾ ਜਾਏਗਾ, ਲੇਕਿਨ ਉਹਦਾ ਅੰਤ ਨਹੀਂ ਪਾਇਆ ਜਾਂਦਾ ਤੇ ਰਹਿਣਾ ਹੁਕਮ ਦੇ ਅੰਦਰ ਪਵੇਗਾ, ਹੁਕਮ ਤੋਂ ਬਾਹਰ ਨਹੀਂ, ਸਿਸਟਮ ਤੋਂ ਬਾਹਰ ਨਹੀਂ। ਖਿਨ ਮਹਿ ਥਾਪ ਉਥਾਪ ਦਾ ਤਿਸ ਬਿਨ ਨਹੀਂ ਕੋਈ। ਥਾਪ ਦਾ ਮਤਲਬ ਪੈਦਾ ਕਰਨਾ ਤੇ ਉਥਾਪ ਦਾ ਮਤਲਬ ਹੈ ਖਤਮ ਕਰ ਦੇਣਾ। ਇੱਕ ਪਲ ਦੇ ਅੰਦਰ ਹੀ ਜੀਵਾਂ ਨੂੰ ਪੈਦਾ ਕਰਕੇ ਨਾਸ ਕਰ ਦਿੰਦਾ ਹੈ, ਉਹਦੇ ਤੋਂ ਬਿਨਾ ਹੋਰ ਕੋਈ ਵੀ ਉਸ ਵਰਗਾ ਨਹੀਂ ਹੈ। ਭਾਵ ਕਿ ਉਤਪत्ति ਔਰ ਲੈਤਾ, ਨਿਕਾਸ, ਵਿਕਾਸ ਔਰ ਵਿਨਾਸ਼, ਇਹ ਸਭ ਰੱਬੀ ਹੁਕਮ ਦੇ ਅੰਦਰ ਹੈ। ਉਤਪत्ति ਵੀ ਔਰ ਲੈਤਾ ਵੀ, ਇੱਕ ਪਲ ਦੇ ਅੰਦਰ ਹੀ ਉਤਪत्ति ਔਰ ਲੈਤਾ ਹੋ ਜਾਂਦੀ ਹੈ। ਭਾਵ ਕਿ ਜਨਮ, ਮਰਨ, ਉਤਪत्ति, ਲੈਤਾ, ਰਚਨਾ ਔਰ ਵਿਨਾਸ਼, ਇਹ ਸਭ ਰੱਬੀ ਰਜ਼ਾ ਔਰ ਭਾਣੇ ਦੇ ਅੰਦਰ ਵਾਪਰਦਾ ਹੈ। ਖੰਡ ਬ੍ਰਹਿਮੰਡ ਪਾਤਾਲ ਦੀਪ ਰਵਿਆ ਸਭ ਲੋਈ। ਇੱਥੇ ਲੋਈ ਨੂੰ ਬਿੰਦੀ ਲਾ ਕੇ ਪੜਨਾ ਹੈ, ਲੋਈ। ਖੰਡ ਦਾ ਮਤਲਬ ਧਰਤੀ ਦੇ ਟੁਕੜੇ, ਵੱਡੇ ਦੇਸ਼। ਬ੍ਰਹਿਮੰਡ ਦਾ ਮਤਲਬ ਸਾਰਾ ਜਗਤ। ਦੀਪ ਦਾ ਮਤਲਬ ਜਜ਼ੀਰੇ ਤੇ ਲੋਈ ਦਾ ਮਤਲਬ ਜਗਤ, ਲੋਕ। ਯਾਨੀ ਸਭ ਦੇਸ਼ਾਂ ਵਿੱਚ, ਸਾਰੇ ਬ੍ਰਹਿਮੰਡ ਵਿੱਚ, ਹੇਠਲੀ ਧਰਤੀ ਵਿੱਚ, ਨੀਵੇਂ ਥਾਵਾਂ ਤੇ, ਜਜ਼ੀਰਿਆਂ ਵਿੱਚ, ਸਾਰੇ ਜਗਤ ਵਿੱਚ ਉਹ ਪ੍ਰਭੂ ਵਿਆਪਕ ਹੈ। ਯਾਨੀ ਕੋਈ ਵੀ ਐਸੀ ਥਾਂ ਨਹੀਂ ਜਿੱਥੇ ਰੱਬ ਨਹੀਂ, ਹਰ ਥਾਂ ਦੇ ਉੱਤੇ ਵਿਆਪਕ ਹੈ। ਤੇ ਆ ਸਾਰਾ ਜਿਹੜਾ ਦਿਸਦਾ ਜਗਤ ਹੈ ਇਹ ਉਸ ਪ੍ਰਭੂ ਦਾ ਹੀ ਰੂਪ ਹੈ, ਜੋ ਬਾਰ-ਬਾਰ ਗੁਰਦੇਵ ਪਾਤਸ਼ਾਹ ਨੇ ਸਾਨੂੰ ਦ੍ਰਿੜ ਕਰਾਇਆ ਹੈ। ਇਹ ਵਿਸ਼ ਸੰਸਾਰ ਤੁਮ ਜੇ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਜਿਸ ਆਪ ਬੁਝਾਏ ਸੋ ਬੁਝ ਸੀ, ਨਿਰਮਲ ਜਨ ਸੋਈ। ਨਿਰਮਲ ਦਾ ਮਤਲਬ ਪਵਿੱਤਰ, ਸੋ ਦਾ ਮਤਲਬ ਉਹੀ। ਤਾਂ ਗੁਰੂ ਜੀ ਕਹਿੰਦੇ ਨੇ ਜਿਸ ਮਨੁੱਖ ਨੂੰ ਇਹ ਸਮਝ ਪ੍ਰਭੂ ਆਪ ਬਖਸ਼ਦਾ ਹੈ, ਉਹਨੂੰ ਇਹ ਸਮਝ ਪੈਂਦੀ ਹੈ ਤੇ ਉਹ ਮਨੁੱਖ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ। ਤੇ ਰੱਬ ਕਿਹਨੂੰ ਬੁਝਾਏਗਾ, ਰੱਬ ਕਿਹਨੂੰ ਇਹ ਸਮਝ ਦੇਵੇਗਾ? ਜੋ ਰੱਬੀ ਸ਼ਰਨ ਦੇ ਅੰਦਰ ਆ ਕੇ ਸਮਝ ਲੈਣਾ ਚਾਹੇਗਾ,
यानी जो रब्बी रजा ਦੇ ਅੰਦਰ ਤੁਰੇਗਾ ਉਸ ਨੂੰ ਇਸ ਚੀਜ਼ ਦੀ ਸਮਝ ਆ ਜਾਏਗੀ। ਜਿਵੇਂ ਕੋਈ ਬੱਚਾ ਪੜ੍ਹਨਾ ਚਾਹੁੰਦਾ ਹੈ ਤਾਂ ਹੁਣ ਟੀਚਰ ਕਿਸ ਨੂੰ ਪੜ੍ਹਾਏਗਾ, ਅਧਿਆਪਕ ਕਿਸ ਨੂੰ ਪੜ੍ਹਾਏਗਾ? ਜੋ ਸਕੂਲ ਵਿੱਚ ਜਾਏਗਾ, ਅਧਿਆਪਕ ਦੀ ਸ਼ਰਨ ਵਿੱਚ ਜਾਏਗਾ, ਸਕੂਲ ਜਾਏਗਾ, ਉੱਥੇ ਐਡਮਿਸ਼ਨ ਲਵੇਗਾ, ਜੋ ਸਕੂਲ ਦੇ ਨੇਮ ਨੇ ਉਹਨਾਂ ਨੂੰ ਫੋਲੋ ਕਰੇਗਾ, ਟੀਚਰ ਦੇ ਲੈਕਚਰ ਨੂੰ ਧਿਆਨ ਨਾਲ ਸੁਣੇਗਾ, ਹੋਮਵਰਕ ਕਰੇਗਾ, ਤਾਂ ਉਹਨੂੰ ਸਮਝ ਪੈ ਜਾਏਗੀ, ਉਹਦੇ ਅੰਦਰ ਗਿਆਨ ਪੈਦਾ ਹੋ ਜਾਏਗਾ। ਯਾਨੀ ਗਿਆਨ ਉਸੇ ਨੂੰ ਮਿਲੇਗਾ ਨਾ, ਗਿਆਨ ਟੀਚਰ ਉਸੇ ਨੂੰ ਦੇਗਾ ਜੋ ਟੀਚਰ ਦੀ ਸ਼ਰਨ ਵਿੱਚ ਜਾਏਗਾ। ਤੇ ਰੱਬ ਕਿਸ ਨੂੰ ਸੂਝ ਦੇਵੇਗਾ? ਜੋ ਰੱਬ ਦੀ ਸ਼ਰਨ ਵਿੱਚ ਜਾਏਗਾ। ਜੇ ਕੋਈ ਟੀਚਰ ਤੋਂ ਗਿਆਨ ਸਮਝਣਾ ਚਾਹੇ ਤਾਂ ਹੀ ਹੈ ਨਾ, ਟੀਚਰ ਹੁਣ ਧੱਕੇ ਨਾਲ ਕਿਵੇਂ ਸਮਝਾਏ? ਤਾਂ ਰੱਬ ਤੋਂ ਜੇ ਕੋਈ ਸਮਝਣਾ ਚਾਹੇ, ਰੱਬੀ ਰਜ਼ਾ ਨੂੰ ਜਾਣਨਾ ਚਾਹੇ, ਜੋ ਰੱਬੀ ਰਜ਼ਾ ਵਿੱਚ ਆਏਗਾ ਉਹਨੂੰ ਇਹ ਸੂਝ ਸਮਝ ਹੋਏਗੀ ਨਾ, ਜੋ ਇਹਨਾਂ ਚੀਜ਼ਾਂ ਨੂੰ ਅਮਲ ਦੇ ਅੰਦਰ ਲਿਆਏਗਾ। ਤਾਂ ਗੁਰੂ ਜੀ ਕਹਿੰਦੇ ਨੇ ਜਿਸ ਨੂੰ ਪ੍ਰਭੂ ਆਪ ਸੂਝ ਦਿੰਦਾ ਹੈ ਉਹ ਇਸ ਚੀਜ਼ ਨੂੰ ਬੁੱਝਦਾ ਹੈ, ਤੇ ਜਿਹੜਾ ਇਸ ਚੀਜ਼ ਨੂੰ ਸਮਝ ਲੈਂਦਾ ਹੈ ਉਹਦੀ ਨਿਸ਼ਾਨੀ ਕੀ ਹੈ? ਨਿਰਮਲ ਜਨ ਸੋਈ, ਉਹ ਮਨੁੱਖ ਪਵਿੱਤਰ ਹੋ ਜਾਂਦਾ ਹੈ। ਜੇਕਰ ਮਨੁੱਖ ਦੀ ਜ਼ਿੰਦਗੀ ਪਵਿੱਤਰ ਹੋ ਗਈ ਹੈ, ਮਨ ਬਚਨ ਕਰਮ ਕਰਕੇ ਪਵਿੱਤਰ ਹੋ ਗਿਆ, ਤਾਂ ਸਮਝ ਲੈਣਾ ਉਹਨੇ ਇਹ ਸੂਝ ਹਾਸਲ ਕਰ ਲਈ ਹੈ, ਉਹਨੇ ਉਹ ਗਿਆਨ ਹਾਸਲ ਕਰ ਲਿਆ ਹੈ। ਤੇ ਜੇਕਰ ਮਨ ਬਚਨ ਔਰ ਕਰਮ ਕਰਕੇ ਬੰਦਾ ਪਵਿੱਤਰ ਨਹੀਂ ਹੋਇਆ, ਜਿਸ ਦੀ ਸੋਚ ਵੀ ਪਵਿੱਤਰ ਨਹੀਂ, ਜਿਸ ਦੇ ਬੋਲ ਵੀ ਪਵਿੱਤਰ ਨਹੀਂ, ਜਿਸ ਦੇ ਬਿਹੇਵੀਅਰ ਵਿੱਚ ਵੀ ਗੜਬੜ ਹੈ, ਤੇ ਜੇ ਉਹ ਬੰਦਾ ਗੱਲਾਂ ਦੇ ਨਾਲ ਕਹੇ ਕਿ ਮੈਂ ਰੱਬ ਦਾ ਪਿਆਰਾ ਹਾਂ, ਮੈਂ ਰੱਬ ਦੀ ਰਜ਼ਾ ਪਾਣੇ ਨੂੰ ਸਮਝ ਲਿਆ ਹੈ, ਤਾਂ ਇਹਦਾ ਮਤਲਬ ਉਹ ਧੋਖਾ ਦੇ ਰਿਹਾ ਹੈ, ਉਹਦੇ ਕੋਲ ਗਿਆਨ ਨਹੀਂ ਹੈ, ਉਹਦੇ ਕੋਲ ਸਿਰਫ ਇੱਕ ਇਨਫੋਰਮੇਸ਼ਨ ਹੈ, ਗੱਲਾਂ ਬਾਤਾਂ ਦੇ ਨਾਲ ਉਹ ਘਰ ਪੂਰਾ ਕਰ ਰਿਹਾ ਹੈ। ਇਹਦਾ ਮਤਲਬ ਉਹਨੇ ਇਹ ਚੀਜ਼ ਨੂੰ ਜਾਣਿਆ ਨਹੀਂ ਹੈ, ਸਮਝਿਆ ਨਹੀਂ ਹੈ, ਅਪਣਾਇਆ ਨਹੀਂ ਹੈ। ਜੇ ਜਾਣਿਆ ਹੁੰਦਾ, ਸਮਝਿਆ ਹੁੰਦਾ, ਅਪਣਾਇਆ ਹੁੰਦਾ ਤਾਂ ਉਸ ਮਨੁੱਖ ਦੀ ਸੋਚ ਨਿਰਮਲ ਹੋ ਜਾਣੀ ਸੀ। ਉਹਨੇ ਸਾਰਿਆਂ ਦੇ ਅੰਦਰ ਵਸਦੇ ਪ੍ਰਭੂ ਨੂੰ ਤੱਕਣਾ ਸੀ, ਉਹਨੇ ਹਰ ਇੱਕ ਦੇ ਨਾਲ ਬਿਹੇਵੀਅਰ ਇੱਕ ਜੈਸਾ ਕਰਨਾ ਸੀ, ਉਹਨੇ ਅੰਦਰੋਂ ਬਾਹਰੋਂ ਇੱਕ ਹੋ ਜਾਣਾ ਸੀ, ਉਹਨੇ ਪਵਿੱਤਰ ਹੋ ਜਾਣਾ ਸੀ। ਸ਼ਲੋਕ ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨੰ। ਰਚੰਤ ਜੀ ਰਚਨਾ, ਜੀ ਰਚਨਾ ਦਾ ਮਤਲਬ ਜੀਵਾਂ ਦੀ ਬਣਾਵਟ, ਰਚੰਤ ਦਾ ਮਤਲਬ ਬਣਾਉਂਦਾ ਹੈ, ਅਸਥਾਪਨੰ ਦਾ ਮਤਲਬ ਟਿਕਾਉਂਦਾ ਹੈ। ਜੋ ਪ੍ਰਭੂ ਜੀਵਾਂ ਨੂੰ ਮਾਂ ਦੇ ਪੇਟ ਵਿੱਚ ਥਾਂ ਦਿੰਦਾ ਹੈ ਔਰ ਉਹਨਾਂ ਦੀ ਬਣਤਰ ਬਣਾਉਂਦਾ ਹੈ। ਹੁਣ ਦੇਖੋ ਰੱਬੀ ਰਜ਼ਾ ਦੇ ਅੰਦਰ ਮਾਂ ਦੇ ਪੇਟ ਵਿੱਚ ਬੱਚੇ ਦੀ ਬਣਤਰ ਬਣਦੀ ਹੈ, ਉਹ ਉੱਥੇ ਟਿਕਿਆ ਰਹਿੰਦਾ ਹੈ ਔਰ ਮਾਂ ਦੇ ਪੇਟ ਵਿੱਚੋਂ ਜਨਮ ਲੈਂਦਾ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਰੱਬੀ ਰਜ਼ਾ ਦੇ ਅੰਦਰ ਇਹ ਸਭ ਕੁਝ ਹੋ ਰਿਹਾ ਹੈ। ਹਰੀ ਨੇ ਜੀਵ ਦੀ ਬਣਤ ਬਣਾ ਕੇ ਇਹਨੂੰ ਮਾਂ ਦੇ ਪੇਟ ਵਿੱਚ ਟਿਕਾ ਦਿੱਤਾ ਹੈ। ਰੱਬੀ ਹੁਕਮ ਦੇ ਅੰਦਰ ਇਹ ਰਚਨਾ ਹੋ ਰਹੀ ਹੈ। ਰੱਬੀ ਰਜ਼ਾ ਦੇ ਅੰਦਰ ਮਨੁੱਖ ਮਾਤਰ ਜੀਵ ਜਨ ਰਚੇ ਜਾ ਰਹੇ ਨੇ। ਸਾਸ ਸਾਸ ਸਿਮਰੰਤ ਨਾਨਕ ਮਹਾ ਅਗਨ ਨਾ ਬਿਨਾਸਨੰ। ਸਾਸ ਸਾਸ ਦਾ ਮਤਲਬ ਹਰੇਕ ਸਵਾਸ ਦੇ ਨਾਲ, ਮਹਾ ਅਗਨ ਦਾ ਮਤਲਬ ਹੈਗਾ ਜੋ ਵਿਕਾਰਾਂ ਦੀ ਅੱਗ ਹੈ, ਅਕਾਮ ਕ੍ਰੋਧ ਲੋਭ ਆਦਿਕ ਨੇ, ਪਾਪਾਂ ਦੀ ਅੱਗ ਹੈ, ਜਿਸ ਦੇ ਅੰਦਰ ਬੰਦੇ ਦੇ ਅੰਦਰੋਂ ਇਨਸਾਨੀਅਤ ਜਲ ਰਹੀ ਹੈ, ਜਿਸ ਦੇ ਕਾਰਨ ਇਹਦੀ ਸ਼ਾਂਤੀ ਸੜ ਕੇ ਰਾਖ ਹੋ ਗਈ ਹੈ। ਤਾਂ ਗੁਰੂ ਜੀ ਕਹਿੰਦੇ ਹਨ ਜੇ ਉਸ ਪ੍ਰਭੂ ਨੂੰ ਜੋ ਮਾਂ ਦੇ ਗਰਭ ਦੇ ਅੰਦਰ ਬੱਚੇ ਨੂੰ ਸਥਾਪਨ ਕਰਦਾ ਹੈ, ਉਹਦੀ ਬਣਤਰ ਜਿਹਦੇ ਹੁਕਮ ਦੇ ਅੰਦਰ ਬਣਦੀ ਹੈ, ਜੇ ਉਸ ਪ੍ਰਭੂ ਨੂੰ ਹਰ ਸਵਾਸ ਨਾਲ ਯਾਦ ਰੱਖਿਆ ਜਾਏ, ਉਹਦੀ ਰਜ਼ਾ ਵਿੱਚ ਤੁਰਿਆ ਜਾਏ, ਰੱਬੀ ਗੁਣਾਂ ਨੂੰ ਆਪਣੀ ਯਾਦ ਵਿੱਚ ਟਿਕਾਇਆ ਜਾਏ, ਤਾਂ ਫਿਰ ਜਿਹੜੀ ਮਹਾ ਅਗਨ ਆ ਵਿਕਾਰਾਂ ਦੇ ਅੰਦਰ ਬੰਦੇ ਦਾ ਵਿਨਾਸ਼ ਨਹੀਂ ਹੁੰਦਾ। ਫਿਰ ਬੰਦਾ ਵਿਕਾਰਾਂ ਦੀ ਅੱਗ ਦੇ ਅੰਦਰ ਆਤਮਕ ਮੌਤ ਨਹੀਂ ਸਹਿੜਦਾ, ਫਿਰ ਇਹਨਾਂ ਵਿਕਾਰਾਂ ਦੀ ਅੱਗ ਦੇ ਅੰਦਰ ਬੰਦਾ ਬਚਿਆ ਰਹਿੰਦਾ ਹੈ। ਮੁਖ ਤਲੇ ਪੈਰ ਉੱਪਰੇ ਵਸੰਦੋ ਉਥੜੇ ਥਾਏ। ਤਾਂ ਗੁਰੂ ਜੀ ਕਹਿੰਦੇ ਨੇ ਜਦੋਂ ਤੇਰਾ ਮੂੰਹ ਹੇਠਾਂ ਸੀ, ਪੈਰ ਉਤਾਂ ਸਨ, ਤੇ ਤੂੰ ਔਖੇ ਥਾਂ ਤੇ ਵਸਦਾ ਸੈਂ। ਹੁਣ ਇਸ ਦਾ ਮਾਂ ਦੇ ਗਰਭ ਦੇ ਨਾਲ ਵੀ ਵਿਦਵਾਨ ਪੁਰਸ਼ ਸੰਬੰਧ ਜੋੜਦੇ ਨੇ। ਰੱਬੀ ਰਜ਼ਾ ਦੇ ਵਿੱਚ ਬੱਚਾ ਮਾਂ ਦੇ ਪੇਟ ਦੇ ਅੰਦਰ ਜਨਮ ਲੈ ਰਿਹਾ ਹੈ
ਔਰ ਮਾਂ ਦੇ ਪੇਟ ਵਿੱਚ ਜੋ ਡਾਕਟਰ ਲੋਕ ਦੱਸਦੇ ਨੇ ਬੱਚਾ ਘੁੰਮਦਾ ਰਹਿੰਦਾ ਹੈ। ਜਦੋਂ ਬੱਚੇ ਨੇ ਜਨਮ ਲੈਣਾ ਹੈ ਉਦੋਂ ਉਸ ਦਾ ਆਮ ਹਾਲਾਤਾਂ ਦੇ ਅੰਦਰ ਸਿਰ ਥੱਲੇ ਨੂੰ ਔਰ ਪੈਰ ਉੱਪਰ ਨੂੰ ਹੁੰਦੇ ਨੇ, ਜਿਸ ਦੇ ਨਾਲ ਜਨਮ ਉਸ ਦਾ ਸੁਖਾਲਾ ਹੁੰਦਾ ਹੈ। ਦੂਜੀ ਗੱਲ ਇਹ ਹੈ ਕਿ ਜਦੋਂ ਇਸ ਸੰਸਾਰ ਦੇ ਨਾਲ ਅਸੀਂ ਵੇਖਦੇ ਹਾਂ ਤਾਂ ਬੰਦਾ ਉਲਟਾ ਹੀ ਜੀ ਰਿਹਾ ਹੈ। ਮੁੱਖ ਤਲੇ ਪੈਰ ਉੱਪਰੇ ਦਾ ਮਤਲਬ ਕਿ ਇਹ ਉਲਟਾ ਖੇਲ ਖੇਲ ਰਿਹਾ ਹੈ। ਸੱਚ ਦੇ ਨਾਲੋਂ ਇਹਨੇ ਆਪਣਾ ਸੰਬੰਧ ਤੋੜ ਲਿਆ ਹੈ, ਝੂਠ ਦੇ ਨਾਲ ਇਹ ਜੁੜਿਆ ਹੋਇਆ ਹੈ, ਔਰ ਕੁਹੱਥੜੇ ਥਾਂ ਦਾ ਮਤਲਬ ਇਹ ਖਤਰਨਾਕ ਥਾਂ ਦੇ ਅੰਦਰ ਵਸ ਰਿਹਾ ਹੈ। ਜ਼ਿੰਦਗੀ ਦੀ ਖੇਲ ਗਲਤ ਖੇਲ ਰਿਹਾ ਹੈ। ਤਾਂ ਗੁਰੂ ਜੀ ਕਹਿੰਦੇ ਨੇ, ਜਦੋਂ ਤੇਰਾ ਮੂੰਹ ਹੇਠਾਂ ਸੀ ਪੈਰ ਉਤਾਂ ਨੂੰ ਸਨ, ਤੂੰ ਔਖਾ ਸੈਂ, ਨਾਨਕ ਸੋ ਧਣੀ ਕਿਉਂ ਵਿਸਾਰਿਓ, ਉਧਰੈ ਜਿਸ ਤੇ ਨਾਏ। ਗੁਰੂ ਜੀ ਕਹਿੰਦੇ ਨੇ, ਉਸ ਪ੍ਰਭੂ ਨੂੰ ਤੂੰ ਕਿਉਂ ਵਿਸਾਰ ਦਿੱਤਾ ਹੈ, ਜਿਸ ਪ੍ਰਭੂ ਨੂੰ ਦੇ ਨਾਮ ਦੇ ਨਾਲ, ਹੁਕਮ ਦੇ ਨਾਲ, ਰੱਬ ਗੁਣਗਾਨ ਦੇ ਨਾਲ, ਸਿਫਤ ਸਲਾਹ ਕਰਨ ਦੇ ਨਾਲ ਬੰਦੇ ਦਾ ਉਧਾਰ ਹੋ ਸਕਦਾ ਹੈ। ਉਧਰੈ ਜਿਸ ਤੇ ਨਾਏ, ਨਾਏ ਦਾ ਮਤਲਬ ਸਿਫਤ ਸਲਾਹ, ਜਿਸ ਦੀ ਸਿਫਤ ਸਲਾਹ ਦੇ ਨਾਲ ਤੇਰਾ ਉਧਾਰ ਹੋ ਸਕਦਾ ਹੈ। ਤੂੰ ਵਿਕਾਰਾਂ ਦੀ ਅੱਗ ਤੋਂ ਬਚ ਸਕਦਾ ਹੈ। ਉਸ ਮਾਲਕ ਨੂੰ ਤੂੰ ਕਿਉਂ ਵਿਸਾਰਿਆ ਹੋਇਆ ਹੈ, ਕਿਉਂ ਪੁੱਠਾ ਵਸ ਰਿਹਾ ਹੈ, ਕਿਉਂ ਸਿਰ ਥੱਲੇ ਨੂੰ ਤੇ ਪੈਰ ਉੱਤੇ ਨੂੰ ਕਰਕੇ ਜੀ ਰਿਹਾ ਹੈ, ਕਿਉਂ ਕੁਹੱਥੜੇ ਥਾਂ ਵਸ ਰਿਹਾ ਹੈ। ਕੁਹੱਥੜੇ ਥਾਂ ਦਾ ਮਤਲਬ ਵਿਕਾਰਾਂ ਦੇ ਵਿੱਚ, ਸਿਰ ਥੱਲੇ ਨੂੰ ਔਰ ਪੈਰ ਉੱਤੇ ਨੂੰ ਦਾ ਮਤਲਬ ਪੁੱਠੀ ਜ਼ਿੰਦਗੀ ਜੀਣੀ, ਸਿੱਧੇ ਰਾਹ ਨਾ ਚੱਲਣਾ, ਬਾਵੇ ਮਾਰਗ ਟੇਢਾ ਚੱਲਣਾ, ਸੱਚ ਨੂੰ ਛੱਡ ਕੇ ਝੂਠ ਨੂੰ ਅਪਣਾ ਲੈਣਾ, ਦਇਆ ਨੂੰ ਛੱਡ ਕੇ ਕੁਦਇਆ ਨੂੰ ਵਰਤਣਾ, ਸੁਮਤ ਨੂੰ ਛੱਡ ਕੇ ਕੁਮਤ ਨੂੰ ਵਰਤਣਾ। ਇਹਨੂੰ ਕਹਿੰਦੇ ਨੇ ਸਿਰ ਥੱਲੇ ਤੇ ਪੈਰ ਉੱਤੇ। ਤੇ ਕੁਹੱਥੜੇ ਥਾਂ ਦਾ ਮਤਲਬ ਔਖਾ ਥਾਂ, ਦੁੱਖ। ਜਦੋਂ ਬੰਦਾ ਸੱਚ ਨੂੰ ਛੱਡ ਕੇ ਝੂਠ ਅਪਣਾਏਗਾ, ਦਇਆ ਨੂੰ ਛੱਡ ਕੇ ਕੁਦਇਆ ਵਰਤੇਗਾ, ਸੁਮਤ ਨੂੰ ਛੱਡ ਕੇ ਕੁਮਤ ਵਰਤੇਗਾ, ਪਿਆਰ ਦੀ ਜਗ੍ਹਾ ਤੇ ਈਰਖਾ, ਦਵੇਸ਼, ਵੈਰ, ਵਿਰੋਧ ਸਹਿੜੇਗਾ, ਤਾਂ ਫਿਰ ਇਹਦਾ ਜੀਵਨ ਦੁਖਦਾਈ ਹੋ ਜਾਏਗਾ, ਦੁਖਦਾਈ ਜੀਵਨ ਜੀਵੇਗਾ। ਇਸ ਲਈ ਗੁਰੂ ਜੀ ਕਹਿੰਦੇ ਨੇ ਕਿ ਪਿਆਰਿਆ, ਜਿਸ ਪ੍ਰਭੂ ਦੇ ਗੁਣ ਗਾਣ ਦੇ ਨਾਲ ਉਧਾਰ ਹੋ ਸਕਦਾ ਹੈ, ਰੱਬੀ ਗੁਣ ਗਾਣ ਦੇ ਨਾਲ ਤੇਰਾ ਇਹ ਜੀਵਨ ਸੋਹਣਾ ਬਣ ਸਕਦਾ ਹੈ, ਤਾਂ ਫਿਰ ਕਿਉਂ ਭੈੜੇ ਥਾਂ ਤੇ ਵਸ ਰਿਹਾ ਹੈ, ਕਿਉਂ ਰੱਬ ਨੂੰ ਵਿਸਾਰਿਆ ਹੋਇਆ ਹੈ, ਕਿਉਂ ਗੁਣਾਂ ਨੂੰ ਭੁਲਾਇਆ ਹੋਇਆ ਹੈ। ਤੇ ਗੁਣਾਂ ਨੂੰ ਯਾਦ ਕਰ। ਜਦੋਂ ਅਸੀਂ ਪਾਵਨ ਬਾਣੀ ਪੜ੍ਹਦੇ ਹਾਂ ਨਾ, ਜਿੱਥੇ ਨਾਮ ਜਪੀਏ ਪ੍ਰਭ ਪਿਆਰੇ, ਸੇ ਅਸਥਲ ਸੋਇਨ ਚੁਬਾਰੇ, ਜਿੱਥੇ ਨਾਮ ਨਾ ਜਪੀਏ ਮੇਰੀ ਗੋਇੰਦਾ, ਸਹੀ ਨਗਰ ਉਜਾੜੀ ਕੀ। ਬੇਸ਼ੱਕ ਵਸਤੇ ਰਸਤੇ ਸ਼ਹਿਰ ਹੋਣ, ਲੇਕਿਨ ਜੇ ਉਹਨਾਂ ਸ਼ਹਿਰਾਂ, ਪਿੰਡਾਂ, ਨਗਰਾਂ, ਖੇੜਿਆਂ ਦੇ ਅੰਦਰ ਵਸਣ ਵਾਲੇ ਲੋਕਾਂ ਦੇ ਮਨਾਂ ਵਿੱਚ ਸ਼ੁਭ ਗੁਣ ਨਹੀਂ, ਇਨਸਾਨੀਅਤ ਨਹੀਂ, ਸੱਚਾਈ ਨਹੀਂ, ਦਇਆ ਔਰ ਪਿਆਰ ਨਹੀਂ, ਤਾਂ ਉਹ ਉਜਾੜ ਹੀ ਹੈ। ਕਿਉਂਕਿ ਉਜਾੜ ਵਿੱਚ ਕੋਈ ਕਿਸੇ ਦਾ ਹੁੰਦਾ ਨਹੀਂ। ਤਾਂ ਸੰਸਾਰ ਉਜਾੜ ਹੀ ਬਣਾ ਦਿੱਤਾ ਨਾ, ਜੰਗਲ ਵਾਲਾ ਜੀਵਨ ਹੋ ਗਿਆ ਨਾ। ਤੇ ਜਿੱਥੇ ਰੱਬੀ ਗੁਣ ਨੇ, ਬੇਸ਼ੱਕ ਉਹ ਰੜਾ ਮੈਦਾਨ ਵੀ ਹੋਵੇ, ਤਾਂ ਉਹ ਵੀ ਸੁਨਹਿਰੀ ਮਹਿਲਾਂ ਦੀ ਤਰ੍ਹਾਂ ਹੈ, ਕਿਉਂਕਿ ਉੱਥੇ ਪਿਆਰ ਹੈ, ਉੱਥੇ ਮੁਹੱਬਤ ਹੈ। ਬੇਸ਼ੱਕ ਕੋਈ ਝੌਂਪੜੀ ਵਿੱਚ ਵੀ ਵਸ ਰਿਹਾ ਹੈ, ਭਲੀ ਸੁਹਾਵੀ ਛਾਪਰੀ ਜਾਂ ਮੈਂ ਗੁਣ ਗਾਏ। ਜੇ ਕੋਈ ਛਪਰੀ ਵੀ ਹੈ ਤੇ ਉਸ ਛਪਰੀ ਦੇ ਅੰਦਰ ਰਹਿਣ ਵਾਲਿਆਂ ਦੇ ਅੰਦਰ ਗੁਣ ਨੇ, ਇਨਸਾਨੀਅਤ ਹੈ, ਪਿਆਰ ਹੈ, ਮੁਹੱਬਤ ਹੈ, ਤਾਂ ਉਹਨਾਂ ਦੀ ਜ਼ਿੰਦਗੀ ਦੇ ਅੰਦਰ ਖੁਸ਼ੀ ਹੋਏਗੀ। ਤਾਂ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ ਕਿ ਪਿਆਰਿਆ, ਜਿਸ ਪ੍ਰਭੂ ਦੇ ਗੁਣ ਗਾਨ ਦੇ ਨਾਲ ਵਿਕਾਰਾਂ ਚੋਂ ਉਧਾਰ ਹੋ ਸਕਦਾ ਹੈ, ਬਚਾਅ ਹੋ ਸਕਦਾ ਹੈ, ਕਿਉਂ ਉਹਦੇ ਗੁਣਾਂ ਨੂੰ ਵਸਾ ਕੇ ਤੇ ਪੁੱਠੀ ਜ਼ਿੰਦਗੀ ਜੀ ਕੇ ਆਪਣੇ ਜੀਵਨ ਨੂੰ ਨਰਕ ਬਣਾਈ ਬੈਠੇ। ਪੌੜੀ, ਰਕਤ ਬਿੰਦ ਕਰ ਨਿਮਿਆ, ਅਗਨ ਉਦਰ ਮਝਾਰ। ਰਕਤ ਦਾ ਮਤਲਬ ਲਹੂ, ਤੇ ਇੱਥੇ ਰਕਤ ਦਾ ਮਤਲਬ ਲਹੂ ਦੇ ਬਿੰਦ ਦਾ ਮਤਲਬ ਹੈ ਵੀਰਜ। ਨਿਮਿਆ ਦਾ ਮਤਲਬ ਉੱਗਿਆ, ਉਦਰ ਦਾ ਮਤਲਬ ਪੇਟ, ਮਝਾਰ ਦਾ ਮਤਲਬ ਪੇਟ ਵਿੱਚ। ਜੀਵ ਮਾਂ ਦੀ ਰੱਤ ਔਰ ਪਿਓ ਦੇ ਵੀਰਜ ਤੋਂ ਮਾਂ ਦੀ ਗਰਭ ਦੇ ਅੰਦਰ ਉੱਗਿਆ, ਮਾਂ ਦੇ ਗਰਭ ਦੇ ਅੰਦਰ ਨਿਮਿਆ, ਭਾਵ ਪੈਦਾ ਹੋਇਆ, ਟਿਕਿਆ। ਮਾਂ ਦੀ ਰੱਤ ਔਰ ਪਿਓ ਦੇ ਵੀਰਜ ਤੋਂ, ਪਿਤਾ ਦੇ ਵੀਰਜ ਤੋਂ ਔਰ ਮਾਤਾ ਦੀ ਰੱਤ ਤੋਂ, ਮਾਂ ਦੇ ਪੇਟ ਦੇ ਅੰਦਰ ਜਿੱਥੇ ਅੱਗ ਸੀ, ਨਿੱਘ ਸੀ, ਉੱਥੇ ਤੇਰਾ ਜਨਮ ਹੋਇਆ, ਤੈਨੂੰ ਟਿਕਾਵ ਮਿਲਿਆ, ਨਿੰਮਿਆ, ਉੱਗਿਆ, ਵਧਿਆ, ਫੁੱਲਿਆ। ਉਰਦ ਮੁਖ ਕੁਚੀਲ ਬਿਕਲ, ਨਰਕ ਪੂਰ ਗੁਬਾਰ।
ਉਲਟ ਦਾ ਮਤਲਬ ਉੱਠਾ ਉੱਠਾ, ਉਚੀਲ ਤੋਂ ਭਾਵ ਗੰਦਾ, ਬਿਕਲ ਡਰਾਵਣਾ, ਨਰਕ ਦਾ ਮਤਲਬ ਦੁਖਦਾਈ, ਗੁਬਾਰ ਹਨੇਰਾ। ਤਾਂ ਗੁਰੂ ਜੀ ਕਹਿੰਦੇ ਨੇ ਤੇਰਾ ਮੂੰਹ ਹੇਠਾਂ ਗੰਦਾ ਡਰਾਵਣਾ, ਮਾਨੋ ਇੱਕ ਔਖੇ ਜੇ ਨਰਕ ਜੇ ਦੇ ਵਿੱਚ ਤੂੰ ਪਿਆਸ ਹੈ, ਭਾਵ ਕਿ ਔਖੀ ਜਗ੍ਹਾ ਤੇ ਸੈਂ ਜਿੱਥੇ ਤੈਨੂੰ ਬਾਹਰ ਦੀ ਕੋਈ ਸ਼ੈ ਨਜ਼ਰੀ ਨਹੀਂ ਸੀ ਪੈ ਰਹੀ। ਹਰ ਸਿਮਰਤ ਤੂੰ ਨਾ ਜਲੇ, ਮਨ ਤਨ ਉਰਤਾਰ। ਤਾਂ ਹੁਣ ਇਹ ਤਾਂ ਹੋ ਗਈ ਮਾਂ ਦੇ ਪੇਟ ਦੀ ਬਣਤਰ, ਲੇਕਿਨ ਜਦੋਂ ਅਸੀਂ ਇਸ ਸੰਸਾਰ ਵਿੱਚ ਵੇਖਦੇ ਹਾਂ ਕਿ ਬੰਦਾ ਮਾਂ ਦੇ ਗਰਭ ਚੋਂ ਬਾਹਰ ਆਇਆ, ਜਨਮ ਮਿਲਿਆ, ਤਾਂ ਹੁਣ ਵੀ ਇਹਨੇ ਆਪਣੇ ਜੀਵਨ ਨੂੰ ਨਰਕ ਬਣਾਇਆ ਹੋਇਆ ਹੈ। ਉਰਦਮੁਖ, ਤਾਂ ਉਰਦਮੁਖ ਦਾ ਮਤਲਬ ਕਿ ਪੁੱਠੀ ਮੱਤੇ ਲੱਗਾ ਹੋਇਆ ਹੈ, ਕੁਚੀਲ ਗੰਦੇ ਕਰਮ ਕਰ ਰਿਹਾ ਹੈ, ਬਿਕਲ ਦਾ ਮਤਲਬ ਡਰਾਵਨਾ ਬਣਿਆ ਹੋਇਆ ਹੈ, ਔਰ ਇਸਨੇ ਆਪਣੇ ਜੀਵਨ ਨੂੰ ਘੋਰ ਨਰਕ ਬਣਾ ਲਿਆ ਹੈ। ਜਨਮ ਤੋਂ ਬਾਅਦ ਹੁਣ ਆਮ ਬੰਦਿਆਂ ਨੇ, ਬਹੁ ਗਿਣਤੀ ਨੇ ਆਪਣੇ ਜੀਵਨ ਨੂੰ ਨਰਕ ਹੀ ਬਣਾਇਆ ਨਾ। ਪੁੱਠੇ ਕਰਮ ਕਰਦਾ ਹੈ ਬੰਦਾ, ਗੰਦੀ ਇਹਦੀ ਵਿਚਾਰਧਾਰਾ ਹੈ, ਡਰਾਵਣਾ ਬੰਦਾ ਹੋਇਆ ਪਿਆ ਹੈ। ਫਰੀਦਾ ਤਿਨਾ ਮੁਖ ਡਰਾਵਣੇ, ਜਿਨੀ ਵਿਸਾਰੇ ਉਹਨੂੰ ਨਾਉ। ਕਿੰਨਾ ਡਰਾਵਣਾ ਹੈ ਨਾ ਬੰਦਾ। ਜੇ ਬੰਦੇ ਨੂੰ ਵੇਖੀਏ ਨਾ ਕਿ ਕਿੰਨਾ ਡਰਾਉਣਾ ਹੈ, ਤਾਂ ਕਦੇ ਬੰਦੇ ਦੇ ਬਣਾਏ ਹੋਏ ਐਟਮ ਬੰਬ ਔਰ ਹਾਈਡਰੋਜਨ ਬੰਬਾਂ ਵੱਲ ਧਿਆਨ ਦਿਓ। ਜੋ ਜਾਪਾਨ ਦੇ ਅੰਦਰ ਬੰਬ ਸੁੱਟੇ ਗਏ ਸਨ, ਅੱਜ ਦੇ ਬੰਬ ਕਹਿੰਦੇ ਨੇ ਕਿ ਉਹਨਾਂ ਨਾਲੋਂ 20-10 ਗੁਣਾ ਜ਼ਿਆਦਾ ਖਤਰਨਾਕ ਨੇ। ਜੇ ਐਸੇ ਬੰਬ ਚੱਲਦੇ ਨੇ ਤਾਂ ਇਸ ਸੰਸਾਰ ਦਾ ਕੀ ਹਾਲ ਹੋ ਜਾਏਗਾ। ਕਿੰਨਾ ਡਰਾਵਣਾ ਹੈ ਨਾ ਬੰਦਾ, ਕਿੰਨਾ ਭੈਭੀਤ ਕਰ ਦੇਣ ਵਾਲਾ ਹੈ, ਕਿੰਨਾ ਕੁਚੀਲ ਹੈ ਨਾ ਬੰਦਾ, ਕਿ ਕਿੰਨੇ ਗੰਦੇ ਕਰਮ ਕਰਦਾ ਹੈ। ਰੋਜ਼ ਵੀਡੀਓ ਵਾਇਰਲ ਹੁੰਦੀਆਂ ਨੇ ਕਿ ਖਾਣਿਆਂ ਦੇ ਅੰਦਰ ਕਿਵੇਂ ਲੋਕ ਗੰਦੀਆਂ ਚੀਜ਼ਾਂ ਮਿਲਾ ਰਹੇ ਨੇ, ਫਰੂਟਾਂ ਦੇ ਅੰਦਰ ਕੈਮੀਕਲ ਦੇ ਇੰਜੈਕਸ਼ਨ ਲਗਾਏ ਜਾ ਰਹੇ ਨੇ। ਜੋ ਖਾਣ ਪੀਣ ਦੀਆਂ ਚੀਜ਼ਾਂ ਨੇ, ਕਿਵੇਂ ਆ ਪਿੱਛੇ ਜੇ ਇੱਕ ਵੀਡੀਓ ਵਾਇਰਲ ਹੋਈ ਸੀ, ਕਿਵੇਂ ਪੈਰਾਂ ਦੇ ਨਾਲ ਉਹ ਆਟਾ ਗੁੰਨ ਰਹੇ ਨੇ ਤੇ ਹੋਰ ਕਿੰਨੇ ਗੰਦੇ ਕਰਮ ਕਰ ਰਹੇ ਨੇ। ਗੰਦਗੀ ਹੋਈ ਨਾ। ਤਾਂ ਜਿਹੜੇ ਲੋਕ ਐਸੇ ਕਰਮ ਕਰਦੇ ਨੇ ਉਹ ਜ਼ਿੰਦਗੀ ਨੂੰ ਨਰਕ ਬਣਾ ਦਿੰਦੇ ਨੇ। ਪਰ ਗੁਰੂ ਜੀ ਕਹਿੰਦੇ ਨੇ ਇਹਨਾਂ ਵਿਕਾਰਾਂ ਤੋਂ ਬਚਿਆ ਜਾ ਸਕਦਾ ਹੈ। ਹਰ ਸਿਮਰਤ ਤੂੰ ਨਾ ਜਲੇ। ਜੇ ਤੂੰ ਰੱਬੀ ਗੁਣਾਂ ਨੂੰ ਯਾਦ ਕਰੇ ਤਾਂ ਨਾ ਜਲੇ ਦਾ ਮਤਲਬ ਤੂੰ ਵਿਕਾਰਾਂ ਵਿੱਚ ਨਹੀਂ ਸੜੇਗਾ। ਮਨ ਤਨ ਉਰਤਾਰ, ਇਸ ਲਈ ਆਪਣੇ ਮਨ ਔਰ ਤਨ ਦੇ ਅੰਦਰ ਪ੍ਰਭੂ ਨੂੰ ਧਾਰਨ ਕਰ, ਰੱਬੀ ਗੁਣਾਂ ਨੂੰ ਧਾਰਨ ਕਰ। ਤਾਂ ਜਿਸ ਪ੍ਰਭੂ ਦੀ ਰਜ਼ਾ ਭਾਣੇ ਦੇ ਅੰਦਰ ਮਾਂ ਦੇ ਗਰਭ ਵਿੱਚ ਤੂੰ ਬਚਿਆ ਰਿਹਾ ਹੈ, ਜਿੱਥੇ ਕਿ ਜਦੋਂ ਮਾਂ ਜਾਂ ਪਿਤਾ ਕੋਈ ਵੀ ਚੀਜ਼ ਖਾਂਦੇ ਪੀਂਦੇ ਅਸੀਂ ਤਾਂ ਉਹ ਸ਼ੈ ਪਚ ਜਾਂਦੀ ਨਾ, ਗਲ ਜਾਂਦੀ ਹੈ, ਲੇਕਿਨ ਬੱਚਾ ਮਾਂ ਦੇ ਪੇਟ ਦੇ ਅੰਦਰ ਪਲਦਾ ਹੈ। ਤਾਂ ਜਿਸ ਪ੍ਰਭੂ ਦੀ ਰਜ਼ਾ ਭਾਣੇ ਦੇ ਅੰਦਰ ਤੈਨੂੰ ਜਨਮ ਮਿਲਿਆ, ਮਾਂ ਦੇ ਰਕਤ ਪਿਤਾ ਦੇ ਵੀਰਜ ਤੋਂ ਤੇਰਾ ਕਿੰਨਾ ਸੁੰਦਰ ਸਰੀਰ ਬਣਿਆ, ਤੂੰ ਜਨਮਿਆ, ਤੂੰ ਪੈਦਾ ਹੋਇਆ, ਤੇ ਕੀ ਰੱਬੀ ਗੁਣਾਂ ਨੂੰ ਗਾਏਗਾ ਤੇ ਤੈਨੂੰ ਵਿਕਾਰਾਂ ਤੋਂ ਉਹ ਨਹੀਂ ਬਚਾਏਗਾ। ਜੇ ਰੱਬੀ ਹੁਕਮ ਦੇ ਅੰਦਰ ਚੱਲੇਗਾ ਤਾਂ ਕੀ ਤੇਰਾ ਜੀਵਨ ਸੁਹਾਵਣਾ ਨਹੀਂ ਹੋਏਗਾ? ਜ਼ਰੂਰ ਹੋਏਗਾ। ਇਸ ਲਈ ਰੱਬੀ ਗੁਣਾਂ ਨੂੰ ਜੇ ਤੂੰ ਯਾਦ ਕਰੇਗਾ ਤਾਂ ਵਿਕਾਰਾਂ ਵਿੱਚ ਨਹੀਂ ਜਲੇਗਾ। ਆਪਣੇ ਮਨ ਔਰ ਤਨ ਦੇ ਅੰਦਰ ਉਸ ਮਾਲਕ ਦੇ ਗੁਣਾਂ ਨੂੰ ਧਾਰਨ ਕਰ। ਬਿਖਮ ਥਾਨਹੁ ਜਿਨ ਰੱਖਿਆ ਤਿਸ ਤਿਲ ਨਾ ਵਿਸਾਰ। ਜਿਸ ਪ੍ਰਭੂ ਨੇ ਤੈਨੂੰ ਔਖੇ ਥਾਂ ਤੋਂ ਬਚਾਇਆ ਹੈ, ਉਹਨੂੰ ਰਤਾ ਵੀ ਨਾ ਭੁਲਾ, ਇੱਕ ਪਲ ਵਾਸਤੇ ਵੀ ਨਾ ਭੁਲਾ, ਜਿਸ ਨੇ ਤੈਨੂੰ ਔਖੇ ਥਾਵਾਂ ਤੋਂ ਬਚਾਇਆ ਹੈ। ਤਾਂ ਦੇਖੋ, ਔਖੇ ਥਾਵਾਂ ਤੋਂ ਪ੍ਰਭੂ ਹਮੇਸ਼ਾ ਸਾਨੂੰ ਬਚਾਉਂਦਾ ਹੈ। ਕਿਵੇਂ ਬਚਾਉਂਦਾ ਹੈ? ਮੰਨ ਲਓ ਅਸੀਂ ਕੋਈ ਚੋਰੀ ਕਰਦੇ ਹਾਂ, ਮਾੜੇ ਕਰਮ ਕਰਦੇ ਹਾਂ, ਤਾਂ ਜੇ ਅਸੀਂ ਪ੍ਰਭੂ ਦੀ ਰਜ਼ਾ ਭਾਣੇ ਹੁਕਮ ਨੂੰ ਸਮਝਦੇ ਹਾਂ ਨਾ, ਤਾਂ ਸਾਡੇ ਅੰਦਰੋਂ ਆਵਾਜ਼ ਆਏਗੀ ਕਿ ਪਿਆਰਿਆ, ਚੋਰੀ ਕਰਨੀ ਮਾੜੀ ਨਹੀਂ, ਚੋਰੀ ਕਰਨੀ ਮਾੜੀ ਹੈ, ਚੋਰੀ ਕਰਨੀ ਮਾੜੀ ਹੈ, ਚੋਰ ਕੀਆ ਚੰਗਾ ਕਿਉਂ ਹੋਏ। ਜੇ ਰੱਬੀ ਯਾਦ ਦੇ ਵਿੱਚ ਰਹੇਗਾ ਤਾਂ ਤੈਨੂੰ ਇਹਨਾਂ ਮਾੜੇ ਕੰਮਾਂ ਤੋਂ ਬਚਾ ਲਏਗਾ, ਜਿਨ੍ਹਾਂ ਦਾ ਜੀਵਨ ਦੇ ਵਿੱਚ ਰਿਜ਼ਲਟ ਬੜਾ ਔਖਾ ਨਿਕਲਣਾ ਹੈ। ਜਿਸ ਨੇ ਤੈਨੂੰ ਮਾਂ ਦੇ ਗਰਭ ਵਿੱਚ ਬਚਾਇਆ ਹੈ, ਮਾਂ ਦੇ ਗਰਭ ਵਿੱਚ ਤੈਨੂੰ ਜਿਸ ਨੇ ਜੀਵਨ ਦਿੱਤਾ ਹੈ, ਉਸ ਰੱਬ ਨੂੰ ਇੱਕ ਪਲ ਵਾਸਤੇ ਵੀ ਨਾ ਵਿਸਾਰ। ਉਹ ਤੈਨੂੰ ਇੱਥੇ ਵੀ ਔਖੇ ਥਾਵਾਂ ਤੋਂ ਬਚਾਏਗਾ, ਔਖਿਆਈਆਂ ਤੋਂ ਬਚਾਏਗਾ। ਤੇਰੇ ਜੀਵਨ ਵਿੱਚ ਦੁੱਖ ਨਹੀਂ ਆਉਣ ਦੇਵੇਗਾ ਜੇ ਤੂੰ ਸਿੱਧੇ ਰਾਹਾਂ ਤੇ ਚੱਲੇਗਾ, ਜੇ ਤੂੰ ਸ਼ੁਭ ਗੁਣਾਂ ਨੂੰ ਅਪਣਾਏਗਾ। ਤਾਂ ਐਸੇ ਮਾਲਕ ਨੂੰ ਇੱਕ ਪਲ ਵਾਸਤੇ ਵੀ ਨਾ ਵਿਸਾਰ। ਪ੍ਰਭ ਬਿਸਰਤ
ਸੁਖ ਕਦੇ ਨਾਹੀਂ ਜਾਸਹਿ ਜਨਮ ਹਾਰ। ਵਿਸਰਤ ਦਾ ਮਤਲਬ ਵਿਸਾਰਿਆ। ਗੁਰੂ ਜੀ ਕਹਿੰਦੇ ਨੇ ਪ੍ਰਭੂ ਨੂੰ ਭੁਲਾਇਆ ਕਦੇ ਵੀ ਸੁਖ ਨਹੀਂ ਹੁੰਦਾ। ਪ੍ਰਭ ਵਿਸਰਤ ਸੁਖ ਕਦੇ ਨਾਹੀਂ। ਰੱਬ ਨੂੰ ਭੁਲਾਇਆ ਕਦੇ ਵੀ ਜੀਵਨ ਵਿੱਚ ਸੁਖ ਨਹੀਂ ਹੁੰਦਾ, ਕਦੇ ਵੀ ਬੰਦਾ ਸੁਖੀ ਨਹੀਂ ਹੁੰਦਾ। और एक सच्चाई है, अटल सच्चाई है, ब्रह्मांडी सच है, यूनिवर्सल ट्रुथ है, एक मनोवैज्ञानिक तथ्य ने। ਤੁਸੀਂ ਆਪਣੀ ਜ਼ਿੰਦਗੀ ਚੋਂ ਗੁਣਾਂ ਨੂੰ ਪਾਸੇ ਕਰ ਦਿਓ, ਸੱਚ ਨੂੰ ਪਾਸੇ ਕਰ ਦਿਓ ਤੇ ਬਾਕੀ ਕੀ ਰਹਿ ਜਾਏਗਾ? ਸਾਰਾ ਕੁਝ ਦੁੱਖ ਬਚੇਗਾ। ਕਿਉਂਕਿ ਕਾਮ ਕ੍ਰੋਧ ਲੋਭ ਆਦਿਕ ਜੀਵਨ ਵਿੱਚ ਆ ਜਾਣਗੇ, ਈਰਖਾ ਦਵੇਸ਼ ਵੈਰ ਵਿਰੋਧ ਜ਼ਿੰਦਗੀ ਵਿੱਚ ਆ ਜਾਏਗੀ, ਝੂਠ ਫਰੇਬ ਆ ਜਾਣਗੇ, ਤਾਂ ਜੀਵਨ ਚੋਂ ਖੁਸ਼ੀਆਂ ਆਟੋਮੈਟਿਕਲੀ ਖਤਮ ਹੋ ਜਾਣਗੀਆਂ, ਜੀਵਨ ਚੋਂ ਸੁੱਖ ਆਟੋਮੈਟਿਕਲੀ ਖਤਮ ਹੋ ਜਾਣਗੇ। ਤੇ ਜੇ ਰੱਬੀ ਗੁਣਾਂ ਨੂੰ ਬੰਦਾ ਯਾਦ ਰੱਖੇ ਜਾਂ ਆਪਣੇ ਜੀਵਨ ਨੂੰ ਜੀਵੇ ਔਰ ਗੁਣਾਂ ਨੂੰ ਬੇਸ ਬਣਾ ਕੇ ਜੀਵੇ, ਤਾਂ ਇਹਦੇ ਜੀਵਨ ਦੇ ਅੰਦਰ ਸੁੱਖ ਰਹਿ ਸਕਦੇ ਨੇ। ਤਾਂ ਗੁਰੂ ਪਾਤਸ਼ਾਹ ਸਮਝਾਉਂਦੇ ਨੇ ਕਿ ਪਿਆਰਿਆ, ਰੱਬ ਨੂੰ ਭੁਲਾਉਣ ਦੇ ਨਾਲ ਕਦੇ ਵੀ ਜੀਵਨ ਵਿੱਚ ਸੁੱਖ ਪੈਦਾ ਨਹੀਂ ਹੁੰਦਾ। ਜੇ ਭੁਲਾਏਗਾ ਕੀ ਹੋਏਗਾ? ਜਾਸਹਿ ਜਨਮ ਹਾਰ। ਮਨੁੱਖਾ ਜਨਮ ਦੀ ਬਾਜੀ ਹਾਰ ਜਾਏਗਾ, ਜ਼ਿੰਦਗੀ ਵਿਅਰਥ ਗਵਾ ਜਾਏਗਾ। ਇਸ ਲਈ ਜ਼ਿੰਦਗੀ ਨੂੰ ਵਿਅਰਥ ਨਾ ਗਵਾ। ਦੇਖੋ, ਜਦੋਂ ਜੀਣਾ ਹੀ ਹੈ, ਹੁਣ ਅਸੀਂ ਜ਼ਿੰਦਗੀ ਜੀ ਰਹੇ ਹਾਂ, ਅਸੀਂ ਦੁਕਾਨ ਕਰਦੇ ਹਾਂ, ਖੇਤੀ ਕਰਦੇ ਹਾਂ, ਵਪਾਰ ਕਰਦੇ ਹਾਂ, ਜੌਬ ਕਰਦੇ ਹਾਂ, ਗ੍ਰਸਤ ਨੂੰ ਚਲਾ ਰਹੇ ਹਾਂ, ਅਸੀਂ ਧਰਮ ਕਰਮ ਕਰ ਰਹੇ ਹਾਂ, ਔਰ ਇਹ ਸਾਰਾ ਕੁਝ ਸਾਨੂੰ ਕਰਨਾ ਹੀ ਪੈਣਾ ਹੈ, ਕਿਉਂਕਿ ਜ਼ਿੰਦਗੀ ਜੀਣ ਲਈ ਕਰਮ ਤਾਂ ਕਰਨੇ ਹੀ ਪੈਣਗੇ। ਕਦੇ ਵੀ ਬੰਦਾ ਐਸੇ ਸਮਾਜ ਦੀ ਰਚਨਾ ਨਹੀਂ ਕਰ ਪਾਏਗਾ ਜਿੱਥੇ ਬਿਨਾਂ ਕੰਮ ਕਰਨ ਤੋਂ ਜ਼ਿੰਦਗੀ ਚੱਲ ਸਕੇ। ਕੰਮ ਕਰਨਾ ਹੀ ਪੈਣਾ ਹੈ, ਇੱਕ ਦੂਜੇ ਦੇ ਨਾਲ ਸਾਨੂੰ ਬੋਲਣਾ ਹੀ ਪੈਣਾ ਹੈ, ਇੱਕ ਦੂਜੇ ਦੀ ਆਵਾਜ਼ ਸੁਣਨੀ ਹੀ ਪੈਣੀ ਹੈ। ਬੰਦਾ ਇੱਕ ਦੂਜੇ ਦੇ ਉੱਤੇ ਡਿਪੈਂਡ ਔਰ ਆਸ਼ਰਿਤ ਹੈ। ਤਾਂ ਜਦੋਂ ਬੋਲਣਾ ਹੀ ਹੈ, ਸੁਣਨਾ ਹੀ ਹੈ, ਕੰਮ ਕਰਨਾ ਹੀ ਹੈ, ਤਾਂ ਫਿਰ ਇਸ ਢੰਗ ਦੇ ਨਾਲ ਕਰ ਲਓ ਕਿ ਜੀਵਨ ਵਿੱਚ ਪਿਆਰ ਬਣਿਆ ਰਹੇ, ਸੁੱਖ ਬਣਿਆ ਰਹੇ, ਸ਼ਾਂਤੀ ਬਣੀ ਰਹੇ, ਵਿਸ਼ਵਾਸ ਬਣਿਆ ਰਹੇ, ਈਮਾਨਦਾਰੀ ਬਣੀ ਰਹੇ, ਔਰ ਇਹ ਜੀਵਨ ਸਵਰਗ ਬਣਿਆ ਰਹੇ। ਲੇਕਿਨ ਬੰਦਾ ਰੱਬੀ ਗੁਣਾਂ ਨੂੰ ਭੁਲਾ ਕੇ ਤੇ ਆਪਣੇ ਜੀਵਨ ਨੂੰ ਨਰਕ ਬਣਾ ਲੈਂਦਾ ਹੈ। ਬੇਵਿਸ਼ਵਾਸੀ ਪੈਦਾ ਕਰ ਲਈ ਹੈ, ਦੂਰੀਆਂ ਪੈਦਾ ਕਰ ਲਈਆਂ ਨੇ, ਗੈਰ ਇਨਸਾਨੀਅਤ ਪੈਦਾ ਕਰ ਲਈ ਹੈ, ਹੈਵਾਨੀਅਤ ਪੈਦਾ ਕਰ ਲਈ ਹੈ। ਇਸੇ ਨੂੰ ਕਹਿੰਦੇ ਨੇ ਜਨਮ ਦਾ ਹਾਰ ਜਾਣਾ। ਹਾਰਨ ਦਾ ਮੀਨਿੰਗ ਹੀ ਇਹ ਹੁੰਦਾ ਹੈ ਕਿ ਕੰਮ ਕਰਨਾ ਤੇ ਉਹਦਾ ਰਿਜ਼ਲਟ ਕੁਝ ਵੀ ਨਾ ਨਿਕਲੇ। ਕੰਮ ਕਰੇ ਬੰਦਾ ਸੁੱਖ ਵਾਸਤੇ ਤੇ ਆ ਜਾਏ ਦੁੱਖ। ਜੂਏ ਦੇ ਅੰਦਰ 1000 ਪੌਂਡ ਲਾਏ ਕਿ ਮੇਰੇ 1000 ਦੀ ਬਜਾਏ ਲੱਖ ਦੀ ਲਾਟਰੀ ਨਿਕਲੇਗੀ, 10 ਲੱਖ ਦੀ ਨਿਕਲੇਗੀ, ਤੇ ਉਹ 1000 ਵੀ ਚਲੇ ਜਾਣ। ਇਸੇ ਨੂੰ ਤਿਹਾਰ ਨਾ ਕਹਿੰਦੇ। ਜੀਵਨ ਦੇ ਅੰਦਰ ਬੰਦਾ ਯਤਨ ਕਰੇ ਕਿ ਮੇਰੀ ਜ਼ਿੰਦਗੀ ਵਿੱਚ ਖੁਸ਼ੀਆਂ ਆਉਣਗੀਆਂ, ਸੁੱਖ ਆਏਗਾ, ਲੇਕਿਨ ਉਹਦੇ ਬਦਲੇ ਵਿੱਚ ਜੀਵਨ ਦੇ ਵਿੱਚ ਮਿਲੇ ਦੁੱਖ, ਤਾਂ ਜੀਵਨ ਹਾਰ ਗਿਆ ਨਾ। ਇਸ ਲਈ ਗੁਰੂ ਜੀ ਕਹਿੰਦੇ ਨੇ ਜੇ ਰੱਬੀ ਗੁਣਾਂ ਨੂੰ ਭੁਲਾਏਗਾ ਤਾਂ ਜੀਵਨ ਬਾਜੀ ਨੂੰ ਹਾਰ ਜਾਏਗਾ। ਸ਼ਲੋਕ। ਮਨ ਇੱਛਾ ਦਾਨ ਕਰਣੰ ਸਰਵਤਰ ਆਸਾ ਪੂਰਨ ਹੈ, ਖੰਡਣੰ ਕਲ ਕਲੇਸ਼ ਹੈ, ਪ੍ਰਭ ਸਿਮਰ ਨਾਨਕ ਨਹਿ ਦੂਰਨ ਹੈ। ਮਨ ਇੱਛਾ ਦਾ ਮਤਲਬ ਮਨ ਦੀ ਚਿਤਵਨੀ ਅਨੁਸਾਰ, ਦਾਨ ਕਰਣੰ ਦਾ ਮਤਲਬ ਦਾਨ ਦੇਂਦਾ ਹੈ, ਸਰਬੱਤਰ ਦਾ ਮਤਲਬ ਹਰ ਥਾਂ ਤੇ। हे ਨਾਨਕ, ਜੋ ਪ੍ਰਭੂ ਸਾਨੂੰ ਮਨ ਮੰਗੀਆਂ ਦਾਤਾਂ ਦਿੰਦਾ ਹੈ, ਮਨ ਇੱਛਾ ਜੋ ਸਾਡੇ ਮਨ ਦੀਆਂ ਇੱਛਾਵਾਂ ਨੇ, ਦਾਨ ਕਰਣੰ ਦਾ ਮਤਲਬ ਸਾਨੂੰ ਦਾਤਾਂ ਦਿੰਦਾ ਹੈ, ਸਰਬੱਤਰ ਆਸਾ ਪੂਰਨ ਹੈ ਤੇ ਸਾਡੀਆਂ ਸਾਰੀਆਂ ਆਸ਼ਾਵਾਂ ਨੂੰ ਪੂਰੀਆਂ ਕਰਦਾ ਹੈ। ਖੰਡਣੰ ਕਲ ਕਲੇਸ਼ ਹੈ, ਖੰਡਣੰ ਦਾ ਮਤਲਬ ਖਤਮ ਕਰਦਾ ਹੈ, ਕਲ ਦਾ ਮਤਲਬ ਝਗੜੇ, ਕਲ ਕਲੇਸ਼ ਦਾ ਮਤਲਬ ਲੜਾਈ ਝਗੜੇ ਫਸਾਦ, ਦੂਰ ਨਹਿ ਦਾ ਮਤਲਬ ਦੂਰ, ਨਹਿ ਦੂਰ ਨਹਿ ਦਾ ਮਤਲਬ ਦੂਰ ਨਹੀਂ ਹੈ। ਖੰਡਣੰ ਕਲ ਕਲੇਸ਼ ਹੈ, ਪ੍ਰਭ ਸਿਮਰ ਨਾਨਕ ਨਹਿ ਦੂਰ ਨਹਿ। ਜੋ ਸਾਡੇ ਝਗੜੇ ਔਰ ਕਲੇਸ਼ ਨਾਸ਼ ਕਰਨ ਵਾਲਾ ਹੈ, ਉਹਨੂੰ ਯਾਦ ਕਰ, ਉਹ ਤੈਥੋਂ ਦੂਰ ਨਹੀਂ ਹੈ। ਹੁਣ ਯਾਦ ਕਿਹਨੂੰ ਕਰਨਾ ਹੈ? ਜਿਹੜਾ ਸਾਡੀਆਂ ਮਨ ਇੱਛਿਤ ਸਾਨੂੰ ਦਾਤਾਂ ਦਿੰਦਾ ਹੈ ਔਰ ਸਾਡੀਆਂ ਸਾਰੀਆਂ ਆਸ਼ਾਵਾਂ ਪੂਰੀਆਂ ਕਰਦਾ ਹੈ, ਜੋ ਕਲ ਕਲੇਸ਼ਾਂ ਨੂੰ ਖਤਮ ਕਰਨ ਵਾਲਾ ਹੈ, ਸਾਰੀਆਂ ਆਸਾਵਾਂ ਪੂਰੀਆਂ ਕਰਨ ਵਾਲਾ ਹੈ, ਜਿਹੜਾ ਦੂਰ ਨਹੀਂ ਹੈ, ਹਰ ਪਲ ਨਾਲ ਹੈ, ਉਹਨੂੰ ਯਾਦ ਰੱਖ। ਤੈਂ ਸਮਝ ਲੈਣਾ ਇਸ ਚੀਜ਼ ਨੂੰ
ਕਿ ਜੇ ਅਸੀਂ ਰੱਬੀ ਗੁਣਾਂ ਨੂੰ ਯਾਦ ਰੱਖਦੇ ਹਾਂ, ਰੱਬੀ ਰਜ਼ਾ ਮੁਤਾਬਕ ਜ਼ਿੰਦਗੀ ਜੀਂਦੇ ਹਾਂ, ਤਾਂ ਸਾਡੇ ਜੀਵਨ ਦੀ ਹਰ ਇੱਛਾ ਪੂਰੀ ਹੋਏਗੀ। ਸਾਨੂੰ ਮਨ ਇੱਛਿਤ ਫਲ ਮਿਲੇਗਾ। ਪਹਿਲੀ ਗੱਲ, ਮਨ ਇੱਛਿਤ ਫਲ ਮਿਲੇਗਾ। ਜੇ ਤੁਸੀਂ ਸੁਖ ਚਾਹੁੰਦੇ ਹੋ ਤੇ ਜੇ ਰੱਬ ਯਾਦ ਹੈ, ਰੱਬੀ ਗੁਣ ਯਾਦ ਨੇ, ਰੱਬੀ ਹੁਕਮ ਵਿੱਚ ਚੱਲ ਰਹੇ ਹੋ, ਤਾਂ ਆਟੋਮੈਟਿਕਲੀ ਤੁਹਾਨੂੰ ਸੁਖ ਮਿਲੇਗਾ। ਪਰ ਜੇ ਅਸੀਂ ਰੱਬੀ ਰਜ਼ਾ ਵਿੱਚ ਨਹੀਂ ਤੁਰ ਰਹੇ, ਅਸੀਂ ਗੁਣਾਂ ਦੀ ਬਜਾਏ ਔਗੁਣਾਂ ਨੂੰ ਆਪਣੀ ਜ਼ਿੰਦਗੀ ਦਾ ਬੇਸ ਬਣਾਇਆ ਹੈ, ਤਾਂ ਫਿਰ ਸਾਨੂੰ ਦੁੱਖਾਂ ਦੀ ਦਾਤ ਮਿਲੇਗੀ। ਸਾਡੇ ਜੀਵਨ ਦਾ ਰਿਜ਼ਲਟ ਦੁੱਖਾਂ ਵਿੱਚ ਨਿਕਲੇਗਾ। ਇਸ ਲਈ ਗੁਰੂ ਜੀ ਸਾਨੂੰ ਸਮਝਾ ਰਹੇ ਨੇ ਕਿ ਜੇ ਉਸ ਰੱਬ ਨੂੰ ਯਾਦ ਰੱਖਿਆ ਜਾਏ, ਰੱਬੀ ਗੁਣਾਂ ਨੂੰ ਯਾਦ ਕੀਤਾ ਜਾਏ, ਰੱਬੀ ਰਜ਼ਾ ਮੁਤਾਬਕ ਜ਼ਿੰਦਗੀ ਜੀਵੀ ਜਾਏ, ਤਾਂ ਇੱਕ ਤਾਂ ਮਨ ਇੱਛਿਤ ਸੁਖ ਮਿਲਦੇ ਨੇ, ਔਰ ਦੂਜੀ ਹੈ ਜੋ ਸਾਡੀਆਂ ਆਸ਼ਾਵਾਂ ਔਰ ਤ੍ਰਿਸ਼ਨਾਵਾਂ ਨੇ ਉਹ ਸਦਾ ਵਾਸਤੇ ਮੁੱਕ ਜਾਂਦੀਆਂ ਨੇ। ਰੱਬ ਕਦੇ ਵੀ ਦੂਰ ਨਹੀਂ ਹੈ, ਉਹ ਹਮੇਸ਼ਾ ਨਾਲ ਹੈ। ਤੇ ਜੇ ਉਸ ਨੂੰ ਯਾਦ ਕੀਤਾ ਜਾਏ, ਯਾਨੀ ਉਹਦੇ ਗੁਣਾਂ ਨੂੰ ਆਪਣੀ ਯਾਦ ਵਿੱਚ ਵਸਾਇਆ ਜਾਏ, ਤਾਂ ਸਾਡੇ ਕਲ ਕਲੇਸ਼ ਵੀ ਦੂਰ ਹੋ ਜਾਂਦੇ ਨੇ, ਕਲ ਕਲੇਸ਼ ਮੁੱਕ ਜਾਂਦੇ ਨੇ। ਦੇਖੋ, ਜੇ ਜ਼ਿੰਦਗੀ ਦੇ ਵਿੱਚ ਕਿਤੇ ਕਲ ਕਲੇਸ਼ ਹੈ, ਚਾਹੇ ਉਹ ਧੀਆਂ ਪੁੱਤਰ ਨੇ, ਜਾਂ ਪਰਿਵਾਰਕ ਕੋਈ ਕਲੇਸ਼ ਹੈ, ਜਾਂ ਕੋਈ ਰਿਸ਼ਤੇਦਾਰ ਜਾਂ ਸੱਜਣ ਮਿੱਤਰ ਨਾਲ ਹੈ, ਤਾਂ ਉਹ ਕਲੇਸ਼ ਦੂਰ ਹੋ ਸਕਦਾ ਹੈ ਜੇ ਦੋਵੇਂ ਧਿਰਾਂ ਗੁਣਾਂ ਨੂੰ ਅਪਣਾ ਲੈਣ। ਸਿਰਫ ਗੁਣਾਂ ਨੂੰ, ਗੁਣਾਂ ਵਾਲੀ ਜ਼ਿੰਦਗੀ ਜੀਣ, ਸੱਚ ਵਾਲੀ ਜ਼ਿੰਦਗੀ ਜੀਣ, ਤਾਂ ਕਲ ਕਲੇਸ਼ ਘਰਾਂ ਚੋਂ, ਪਰਿਵਾਰਾਂ ਚੋਂ ਮੁੱਕ ਸਕਦੇ ਨੇ। ਕਲ ਕਲੇਸ਼ ਤਾਂ ਹੀ ਨੇ ਕਿਉਂਕਿ ਜੀਵਨ ਵਿੱਚ ਔਗਣ ਨੇ, ਚਾਹੇ ਔਗਣ ਕੋਈ ਛੋਟਾ ਹੈ, ਕੋਈ ਵੱਡਾ ਹੈ, ਈਰਖਾ ਹੈ, ਝੂਠ ਹੈ, ਫਰੇਬ ਹੈ, ਧੋਖਾਧੜੀ ਹੈ, ਚੋਰੀ ਹੈ, ਇਹਨਾਂ ਕਰਕੇ ਹੀ ਕਲੇਸ਼ ਪੈਂਦੇ ਨੇ। ਤੇ ਜੇ ਜ਼ਿੰਦਗੀ ਵਿੱਚ ਸੱਚਾਈ ਹੋਵੇ, ਦਇਆ ਹੋਵੇ, ਪਿਆਰ ਹੋਵੇ, ਨਿਮਰਤਾ ਹੋਵੇ, ਸਹਿਨਸ਼ੀਲਤਾ ਹੋਵੇ, ਤਾਂ ਪਰਿਵਾਰ ਸਵਰਗ ਬਣ ਜਾਣਗੇ। ਅਗਲਾ ਬਚਨ ਕਰਦੇ ਨੇ, ਹਬ ਰੰਗ ਮਾਣਹਿ ਜਿਸ ਸੰਗ, ਤੈਸਿਉ ਲਾਈਐ ਨਹਿ। ਹਬ ਦਾ ਮਤਲਬ ਸਾਰੇ, ਮਾਣੇ ਦਾ ਮਤਲਬ ਤੂੰ ਮਾਣਦਾ ਹੈ, ਜਿਸ ਸੰਗ ਦਾ ਮਤਲਬ ਜਿਹਦੀ ਸੰਗਤ ਵਿੱਚ, ਜਿਹਦੀ ਬਰਕਤ ਨਾਲ, ਤੈਸਿਉ ਦਾ ਮਤਲਬ ਉਸ ਦੇ ਨਾਲ, ਕਿ ਜਿਸ ਪ੍ਰਭੂ ਦੀ ਬਰਕਤ ਨਾਲ ਤੂੰ ਸਾਰੀਆਂ ਮੌਜਾਂ ਮਾਣਦਾ ਹੈ, ਸਾਰੇ ਸੁਖ ਮਾਣਦਾ ਹੈ। ਤੈਸਿਉ ਲਾਈਏ ਨਹਿ ਦਾ ਮਤਲਬ ਉਸ ਪ੍ਰਭੂ ਦੇ ਨਾਲ ਪ੍ਰੀਤ ਪਾਣੀ ਚਾਹੀਦੀ ਹੈ, ਯਾਨੀ ਰੱਬ ਨਾਲ ਪ੍ਰੀਤ ਪਾਣੀ ਚਾਹੀਦੀ ਹੈ, ਰੱਬੀ ਗੁਣਾਂ ਦੇ ਨਾਲ, ਰੱਬੀ ਹੁਕਮ ਦੇ ਨਾਲ। ਤੇ ਰੱਬੀ ਗੁਣਾਂ ਦੇ ਨਾਲ ਪ੍ਰੀਤ ਪਾਇਆ ਸਾਰੀਆਂ ਖੁਸ਼ੀਆਂ ਮਿਲ ਸਕਦੀਆਂ ਨੇ। ਕੋਈ ਵੀ ਖੁਸ਼ੀ ਜੋ ਹੈ ਉਹ ਰਜਾ ਦੇ ਵਿੱਚ ਹੈ, ਭਾਣੇ ਵਿੱਚ ਹੈ। ਰਜਾ ਵਿੱਚ ਤੁਰਿਆ, ਭਾਣੇ ਵਿੱਚ ਤੁਰਿਆ, ਸਿਸਟਮ ਨੂੰ ਫੋਲੋ ਕਰਿਆ, ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕਰਨ ਦੇ ਨਾਲ ਹੀ ਸਾਰੀਆਂ ਖੁਸ਼ੀਆਂ ਮਿਲ ਸਕਦੀਆਂ ਨੇ। ਗੁਣਾਂ ਤੋਂ ਬਿਨਾਂ ਨਹੀਂ, ਰਜਾ ਤੋਂ ਬਿਨਾਂ ਨਹੀਂ, ਸਿਸਟਮ ਨੂੰ ਫੋਲੋ ਕਰਨ ਤੋਂ ਬਿਨਾਂ ਨਹੀਂ। ਇਸ ਲਈ ਗੁਰੂ ਜੀ ਕਹਿੰਦੇ ਨੇ ਕਿ ਜਿਸ ਦੀ ਬਰਕਤ ਦੇ ਨਾਲ ਸਾਰੀਆਂ ਖੁਸ਼ੀਆਂ, ਆਨੰਦ ਮਿਲ ਜਾਂਦੀਆਂ ਨੇ, ਉਸ ਪ੍ਰਭੂ ਦੀ ਸਿਫਤ ਸਲਾਹ ਦੇ ਨਾਲ ਆਪਣੀ ਪ੍ਰੀਤ ਬਣਾ, ਆਪਣਾ ਪਿਆਰ ਬਣਾ। ਸੋ ਸ਼ਹੁ ਬਿੰਦ ਨਾ ਵਿਸਰੋ, ਨਾਨਕ ਜਿਨ ਸੁੰਦਰ ਰਚਿਆ ਦੇਹ। ਬਿੰਦ ਦਾ ਮਤਲਬ ਰਤਾ ਕੁ ਸਮਾਂ, ਨਾ ਵਿਸਰੋ ਦਾ ਮਤਲਬ ਭੁੱਲ ਨਾ ਜਾਏ, ਜਿਨ ਦਾ ਮਤਲਬ ਜਿਸ ਪ੍ਰਭੂ ਨੇ, ਸੁੰਦਰ ਦੇਹ ਦਾ ਮਤਲਬ ਸੋਹਣਾ ਜਿਸਮ। ਸੋਹਣਾ ਜਿਸਮ, ਇੱਥੇ ਦੇਹ ਫੀਮੇਲ ਨਹੀਂ ਹੈ, ਮੇਲ ਜੈਂਡਰ ਹੈ। ਦੇਹ ਦਾ ਮਤਲਬ ਜਿਸਮ, ਸੋਹਣਾ ਜਿਸਮ, ਸੋਹਣਾ ਸਰੀਰ। ਤਾਂ ਜਿਸ ਪ੍ਰਭੂ ਨੇ ਤੇਰਾ ਸੋਹਣਾ ਸਰੀਰ ਬਣਾਇਆ ਹੈ, ਜਿਸ ਰੱਬੀ ਰਜਾ ਦੇ ਅੰਦਰ ਤੇਰਾ ਸੋਹਣੀ ਬਣਤਰ ਬਣੀ ਹੈ, ਉਹ ਤੈਨੂੰ ਕਦੇ ਵੀ ਨਾ ਭੁੱਲੇ, ਉਹਨੂੰ ਕਦੇ ਵੀ ਨਾ ਭੁਲਾ। ਯਾਨੀ ਜਿਸ ਰੱਬੀ ਰਜਾ ਦੇ ਅੰਦਰ ਇਹ ਸਾਰੇ ਸੰਸਾਰ ਦੀ ਰਚਨਾ ਹੋਈ ਹੈ, ਮੇਰੇ ਸਰੀਰ ਜਿਸਮ ਦੀ ਰਚਨਾ ਹੋਈ ਹੈ, ਜਿਸ ਰਚਨਾ ਦੇ ਅੰਦਰ, ਜਿਸ ਹੁਕਮ ਦੇ ਅੰਦਰ ਨਿਕਾਸ, ਵਿਕਾਸ ਔਰ ਵਿਨਾਸ਼ ਹੋ ਰਿਹਾ ਹੈ, ਤਾਂ ਉਸ ਪ੍ਰਭੂ ਨੂੰ ਇੱਕ ਪਲ ਵਾਸਤੇ ਵੀ ਨਾ ਭੁਲਾ, ਉਹਦੇ ਹੁਕਮ ਨੂੰ ਨਾ ਭੁਲਾ, ਉਹਦੀ ਹੁਕਮ ਦੇ ਅੰਦਰ ਜੀ, ਉਹਦੀ ਰਜ਼ਾ ਵਿੱਚ ਜੀ, ਉਹਦੇ ਗੁਣਾਂ ਨੂੰ ਹਮੇਸ਼ਾ ਯਾਦ ਰੱਖ। ਪੌੜੀ, ਜੀਉ ਪ੍ਰਾਨ ਤਨ ਧਨ ਦੀਆ, ਦੀਨੇ ਰਸ ਭੋਗ। ਜਿਸਨੇ ਤੈਨੂੰ ਜਿੰਦ, ਪ੍ਰਾਣ, ਸਰੀਰ, ਧਨ ਤੇ ਰਸ ਭੋਗ ਦਾ ਮਤਲਬ ਸਵਾਦਲੇ ਪਦਾਰਥ ਦਿੱਤੇ ਨੇ।
ਗ੍ਰਹਿ ਮੰਦਰ ਰਥ ਅਸ ਦੀਏ ਰਚ ਭਲੇ ਸੰਜੋਗ। ਸੰਜੋਗ ਦਾ ਮਤਲਬ ਭਾਗ, ਰਚ ਦਾ ਮਤਲਬ ਰਚ ਕੇ, ਗ੍ਰਹਿ ਦਾ ਮਤਲਬ ਘਰ, ਮੰਦਰ ਦਾ ਮਤਲਬ ਸੋਹਣੇ ਮਕਾਨ, ਅਸ ਦਾ ਮਤਲਬ ਘੋੜੇ। ਤੇਰੇ ਚੰਗੇ ਭਾਗ ਬਣਾ ਕੇ ਤੈਨੂੰ ਉਹਨੇ ਘਰ, ਸੋਹਣੇ ਮਕਾਨ, ਰਥ ਤੇ ਘੋੜੇ ਦਿੱਤੇ ਨੇ। ਭਾਗ ਦਾ ਮਤਲਬ ਆਪ ਸਮਝਦੇ ਹੋ ਕਿ ਜੋ ਸਾਡੇ ਅੰਦਰ ਸੰਸਕਾਰ ਪੈਦਾ ਹੁੰਦੇ ਨੇ, ਉਹਨਾਂ ਸੰਸਕਾਰਾਂ ਰਾਹੀਂ ਜੋ ਸਾਡਾ ਸੁਭਾਅ ਬਣ ਜਾਂਦਾ ਹੈ, ਉਸ ਸੁਭਾਅ ਮੁਤਾਬਕ ਅਸੀਂ ਜ਼ਿੰਦਗੀ ਜੀਂਦੇ ਹਾਂ, ਉਹਦਾ ਹੀ ਸਾਨੂੰ ਅੱਗੋਂ ਚੰਗਾ ਜਾਂ ਮਾੜਾ ਫਲ ਮਿਲਦਾ ਹੈ। ਤਾਂ ਜਿਸ ਪ੍ਰਭੂ ਨੇ ਤੈਨੂੰ ਇਹ ਸਾਰਾ ਕੁਝ ਦਿੱਤਾ ਹੈ, ਜਿਹਦੀ ਰਚਨਾ ਦੇ ਅੰਦਰ ਤੈਨੂੰ ਇਹ ਸਾਰਾ ਕੁਝ ਮਿਲਿਆ ਹੈ, ਪ੍ਰਾਣ ਮਿਲੇ ਨੇ, ਤਨ ਦਿੱਤਾ ਹੈ, ਧਨ ਦਿੱਤਾ ਹੈ, ਸਵਾਦ ਲਈ ਪਦਾਰਥ ਦਿੱਤੇ ਨੇ, ਔਰ ਸੋਹਣੇ ਘਰ ਦਿੱਤੇ ਨੇ, ਹਾਥੀ ਘੋੜੇ ਦਿੱਤੇ ਨੇ, ਭਲੇ ਸੰਜੋਗ ਜਿਸਨੇ ਰਚੇ ਨੇ। ਸੁਤ ਬੰਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਜੋਗ। ਸੁਤ ਦਾ ਮਤਲਬ ਪੁੱਤਰ ਯਾਨੀ ਸੰਤਾਨ, ਬੰਤਾ ਦਾ ਮਤਲਬ ਇਸਤਰੀ, ਸਾਜਨ ਤੋਂ ਭਾਵ ਮਿੱਤਰ, ਦੇਵਨ ਜੋਗ ਦਾ ਮਤਲਬ ਜੋ ਦੇਣ ਨੂੰ ਸਮਰੱਥ ਹੈ। ਸਭ ਕੁਝ ਦੇਣ ਦੇ ਸਮਰੱਥ ਪ੍ਰਭੂ ਨੇ ਤੈਨੂੰ ਪੁੱਤਰ, ਇਸਤਰੀ, ਮਿੱਤਰ, ਨੌਕਰ ਆਦਿਕ ਦਿੱਤੇ ਨੇ। ਭਾਵ ਤੇਰੇ ਕੋਲੇ ਸਾਰੇ ਸੰਗੀ ਸਾਥੀ ਨੇ, ਤੇਰੇ ਕੋਲ ਸੁੱਖ ਸਹੂਲਤਾਂ ਨੇ। ਹਰ ਸਿਮਰਤ ਤਨ ਮਨ ਹਰਿਆ ਲਹਿ ਜਾਹੇ ਵਿਜੋਗ। ਹਰਿਆ ਦਾ ਮਤਲਬ ਖਿੜਿਆ ਹੋਇਆ, ਵਿਜੋਗ ਦਾ ਮਤਲਬ ਵਿਛੋੜੇ ਦੇ ਦੁੱਖ। ਹਰ ਸਿਮਰਤ ਦਾ ਮਤਲਬ ਜੇ ਉਸ ਪ੍ਰਭੂ ਨੂੰ ਯਾਦ ਰੱਖਿਆ ਜਾਏ, ਤਨ ਮਨ ਹਰਿਆ ਤਾਂ ਮਨ ਔਰ ਤਨ ਖਿੜਿਆ ਰਹਿੰਦਾ ਹੈ। ਲਹਿ ਜਾਹੇ ਵਿਜੋਗ, ਸਾਰੇ ਦੁੱਖ ਮਿਟ ਜਾਂਦੇ ਨੇ। ਉਸ ਪ੍ਰਭੂ ਨੂੰ ਸਿਮਰਿਆ, ਰੱਬੀ ਗੁਣਾਂ ਨੂੰ ਗਾਇਆ, ਰੱਬੀ ਗੁਣਾਂ ਨੂੰ ਇੰਪਲੀਮੈਂਟ ਕੀਤਿਆਂ ਮਨ ਔਰ ਤਨ ਖਿੜਿਆ ਰਹਿੰਦਾ ਹੈ ਔਰ ਸਾਰੇ ਦੁੱਖ ਮਿਟ ਜਾਂਦੇ ਨੇ। ਇਸ ਲਈ ਇਸ ਚੀਜ਼ ਨੂੰ ਹੁਣ ਅਸਾਂ ਸਮਝਣਾ ਹੈ ਕਿ ਰੱਬ ਨੇ ਜਿੰਦ, ਜਾਨ, ਤਨ ਔਰ ਧਨ ਆਦਿਕ ਦਿੱਤੇ ਨੇ। ਇਹ ਸਾਨੂੰ ਇਸ ਕੁਦਰਤ ਦੇ ਵਿੱਚੋਂ, ਰੱਬੀ ਰਜ਼ਾ ਦੇ ਵਿੱਚ ਮਿਲੇ ਨੇ। ਤਾਂ ਫਿਰ ਇਹ ਸਾਰੇ ਸੁਖਦਾਈ ਤਾਂ ਹੋ ਸਕਣਗੇ ਜੇ ਅਸੀਂ ਰੱਬੀ ਗੁਣਾਂ ਨੂੰ, ਰੱਬੀ ਰਜ਼ਾ ਨੂੰ ਯਾਦ ਰੱਖਾਂਗੇ। ਜੇਕਰ ਰੱਬੀ ਰਜ਼ਾ ਨੂੰ ਭੁਲਾ ਦਿਓਗੇ, ਰੱਬੀ ਗੁਣਾਂ ਨੂੰ ਆਪਣੀ ਜ਼ਿੰਦਗੀ ਚੋਂ, ਸੋਚ ਚੋਂ, ਯਾਦ ਚੋਂ ਮਾਈਨਸ ਕਰ ਦਿਓਗੇ, ਤਾਂ ਇਹ ਤਨ ਔਰ ਧਨ ਤੇ ਜੋ ਦੁਨਿਆਵੀ ਪਦਾਰਥ ਨੇ, ਇਹ ਦੁਖਦਾਈ ਹੋ ਜਾਂਦੇ। ਇਹਨਾਂ ਚੋਂ ਫਿਰ ਖੁਸ਼ੀ ਨਹੀਂ ਉਪਜੇਗੀ। ਔਰ ਆਮ ਜ਼ਿੰਦਗੀ ਵੱਲ ਅਸੀਂ ਦੇਖ ਸਕਦੇ ਹਾਂ, ਜਿਨ੍ਹਾਂ ਲੋਕਾਂ ਨੇ ਸ਼ੁਭ ਗੁਣਾਂ ਨੂੰ ਭੁਲਾਇਆ ਹੈ, ਉਹਨਾਂ ਦੇ ਕੋਲ ਦੁਨਿਆਵੀ ਪਦਾਰਥ ਬੇਸ਼ੱਕ ਮੌਜੂਦ ਨੇ, ਲੇਕਿਨ ਜ਼ਿੰਦਗੀ ਦੇ ਅੰਦਰ ਕਿਤੇ ਸ਼ਾਂਤੀ ਨਹੀਂ ਹੈ, ਮਾਨਸਿਕ ਤੌਰ ਤੇ ਉਹ ਪਰੇਸ਼ਾਨ ਨੇ। ਇਸੇ ਤਰ੍ਹਾਂ ਘਰ, ਮੰਦਰ ਜੋ ਨੇ, ਮਕਾਨ ਆਦਿਕ ਨੇ, ਸਾਡੇ ਕੋਲ ਹੈ, ਰੱਬੀ ਰਜ਼ਾ ਭਾਣੇ ਵਿੱਚ ਸਾਨੂੰ ਮਿਲੇ ਨੇ। ਪਰ ਜੇ ਅਸੀਂ ਰੱਬੀ ਰਜ਼ਾ ਭਾਣੇ ਨੂੰ, ਰੱਬੀ ਗੁਣਾਂ ਨੂੰ ਭੁਲਾ ਦੇਵਾਂਗੇ, ਤਾਂ ਘਰ ਮੰਦਰ ਤੇ ਰਹਿਣਗੇ, ਲੇਕਿਨ ਇਸ ਘਰ ਮੰਦਰ ਸੁਹਾਵਣੇ ਨਹੀਂ ਰਹਿਣਗੇ, ਇਹ ਸੁੱਖ ਦਾ ਸਾਧਨ ਨਹੀਂ ਬਣਨਗੇ। ਆਮ ਅਸੀਂ ਦੇਖਦੇ ਹਾਂ ਘਰਾਂ ਦੇ ਅੰਦਰ ਕਲ ਕਲੇਸ਼, ਘਰ ਮਹਾਭਾਰਤ ਦਾ ਅਖਾੜਾ ਬਣੇ ਹੋਏ, ਯਾਨੀ ਯੁੱਧ ਦਾ ਅਖਾੜਾ ਬਣੇ ਹੋਏ ਨੇ। ਘਰਾਂ ਦੇ ਅੰਦਰ ਬੱਚਿਆਂ ਦਾ, ਮਾਪਿਆਂ ਦਾ, ਪਤੀ ਪਤਨੀ ਦਾ ਕਿਵੇਂ ਕਾਂਟੋ ਕਲੇਸ਼ ਪਿਆ ਹੁੰਦਾ ਨਾ। ਘਰ ਤੇ ਹੈ ਬਣਾਇਆ ਤੇ ਇਸ ਕਰਕੇ ਸੀ ਕਿ ਸ਼ਾਂਤੀ ਦੇ ਨਾਲ ਰਹਾਂਗੇ, ਲੇਕਿਨ ਸ਼ਾਂਤੀ ਨਾਮ ਦੀ ਚੀਜ਼ ਘਰ ਦੇ ਨੇੜੇ ਤੇੜੇ ਵੀ ਨਹੀਂ ਹੈ। ਸਾਡੇ ਕੋਲ ਸਵਾਰੀਆਂ ਹੈ ਨੇ, ਹਾਥੀ ਘੋੜੇ। ਅੱਜ ਹਾਥੀ ਘੋੜਿਆਂ ਦੀ ਜਗ੍ਹਾ ਤੇ ਲੋਕਾਂ ਕੋਲ ਮੋਟਰਸਾਈਕਲਾਂ, ਸਕੂਟਰ ਨੇ, ਕਾਰ ਨੇ, ਹੈਲੀਕਾਪਟਰ ਨੇ, ਹਵਾਈ ਜਹਾਜ਼ ਨੇ, ਲੋਕਾਂ ਦੇ ਆਪਣੇ ਹੈ ਨੇ ਇਹ ਸਵਾਰੀਆਂ। ਲੇਕਿਨ ਸਵਾਰੀਆਂ ਤੇ ਤਾਂ ਸੀ ਕਿ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਆਰਾਮ ਦੇ ਨਾਲ ਜਾਵਾਂਗੇ। ਇਹਨਾਂ ਦੇ ਰਾਹੀਂ ਸਾਡੀ ਜ਼ਿੰਦਗੀ ਵਿੱਚ ਸੁੱਖ ਪੈਦਾ ਉਪਜਣਗੇ, ਖੁਸ਼ੀਆਂ ਮਾਣਾਂਗੇ। ਲੇਕਿਨ ਕਾਰ ਦੇ ਵਿੱਚ ਜਾ ਰਹੇ ਹਾਂ, ਮਹਿੰਗੀ ਕਾਰ ਹੈ, ਪਰ ਕਲੇਸ਼ ਕਿਉਂ? ਕਿਉਂਕਿ ਰੱਬ ਭੁੱਲ ਗਏ, ਰੱਬੀ ਗੁਣ ਭੁੱਲ ਗਏ। ਤਾਂ ਗੁਰੂ ਜੀ ਸਾਨੂੰ ਇੱਥੇ ਸਮਝਾ ਰਹੇ ਨੇ ਕਿ ਜੇ ਤੂੰ ਧੀਆਂ ਪੁੱਤਰ ਨੇ, ਸੱਜਣ ਮਿੱਤਰ ਨੇ, ਜਿਸ ਪ੍ਰਭੂ ਨੇ ਦਿੱਤੇ ਨੇ, ਜੇ ਤੂੰ ਉਹਨਾਂ ਨੂੰ ਯਾਦ ਰੱਖੇਗਾ, ਰੱਬੀ ਗੁਣਾਂ ਨੂੰ, ਤਾਂ ਧੀਆਂ ਪੁੱਤਰਾਂ ਦੇ ਨਾਲ ਵੀ ਸੰਬੰਧ ਚੰਗੇ ਰਹਿਣਗੇ, ਰਿਸ਼ਤੇਦਾਰਾਂ ਦੇ ਨਾਲ ਵੀ ਸੰਬੰਧ ਚੰਗੇ ਰਹਿਣਗੇ, ਸੇਵਕਾਂ ਦੇ ਨਾਲ ਵੀ ਸੰਬੰਧ ਚੰਗੇ ਰਹਿਣਗੇ। ਤੇ ਜੇ ਰੱਬੀ ਗੁਣ ਨਹੀਂ ਹਨ,
ਜਾਂ ਰੱਬੀ ਰਜ਼ਾ ਨੂੰ ਫੋਲੋ ਨਹੀਂ ਕਰਦੇ ਤਾਂ ਰਿਸ਼ਤੇ ਨਾਤੇ ਤਾਂ ਹੋਣਗੇ, ਧੀਆਂ ਪੁੱਤਰ ਮਾਂ-ਬਾਪ ਤਾਂ ਹੋਣਗੇ, ਪਰ ਜੀਵਨ ਵਿੱਚ ਪਿਆਰ ਨਹੀਂ ਹੋਏਗਾ, ਖੁਸ਼ੀ ਨਹੀਂ ਹੋਏਗੀ, ਸ਼ਾਂਤੀ ਨਹੀਂ ਹੋਏਗੀ। ਇਸ ਲਈ ਰੱਬੀ ਗੁਣਾਂ ਨੂੰ ਹਮੇਸ਼ਾ ਯਾਦ ਰੱਖ, ਤੇਰਾ ਇਹ ਸਾਰਾ ਜੀਵਨ ਤਾਂ ਭਲਾ ਔਰ ਸਫਲਾ ਹੋਵੇਗਾ। ਹਰ ਸਿਮਰਤ ਤਨ ਮਨ ਹਰਿਆ ਲਹਿ ਜਾਹੇ ਵਿਜੋਗ। ਜੇ ਰੱਬੀ ਗੁਣਾਂ ਨੂੰ ਯਾਦ ਰੱਖੇਗਾ, ਤਨ ਮਨ ਕਰਕੇ ਖੁਸ਼ੀ ਰਹੇਗਾ, ਸਕਾਰਾਤਮਕ ਰਹੇਗਾ, ਤੇਰੇ ਜੀਵਨ ਵਿੱਚ ਖੇੜਾ ਰਹੇਗਾ ਔਰ ਸਾਰੇ ਦੁੱਖ ਮਿਟ ਜਾਣਗੇ। ਵਿਜੋਗ ਦਾ ਮਤਲਬ ਦੁੱਖ, ਵਿਛੋੜੇ ਆਦਿਕ ਦੇ ਦੁੱਖ ਮਿਟ ਜਾਣਗੇ, ਜ਼ਿੰਦਗੀ ਵਿੱਚ ਦੁੱਖ ਨਹੀਂ ਰਹੇਗਾ। ਸਵਾਲ ਪੈਦਾ ਹੁੰਦਾ ਹੈ ਕਿ ਹੁਣ ਇਹ ਗੁਣ ਜਿਹੜੇ ਨੇ, ਇਹ ਗੁਣ ਕਿੱਥੋਂ ਹਾਸਲ ਕੀਤੇ ਜਾਣ, ਐਸੀ ਜ਼ਿੰਦਗੀ ਕਿਵੇਂ ਜੀਵੀ ਜਾਏ, ਐਸੀ ਜ਼ਿੰਦਗੀ ਦੀ ਪ੍ਰੇਰਨਾ ਕਿੱਥੋਂ ਮਿਲੇ, ਗਿਆਨ ਕਿੱਥੋਂ ਮਿਲੇ, ਸੂਝ ਕਿੱਥੋਂ ਮਿਲੇ। ਤਾਂ ਗੁਰੂ ਜੀ ਕਹਿੰਦੇ ਨੇ, ਸਾਧ ਸੰਗ ਹਰ ਗੁਣ ਰਮਹੁ ਬਿਨਸੇ ਸਭ ਰੋਗ। ਰਮਹੁ ਦਾ ਮਤਲਬ ਗਾਓ, ਯਾਦ ਰੱਖੋ, ਮਤਲਬ ਇੰਪਲੀਮੈਂਟ ਕਰੋ। ਹਰ ਗੁਣ ਦਾ ਮਤਲਬ ਹਰੀ ਦੇ ਗੁਣ, ਰਮਹੁ ਦਾ ਮਤਲਬ ਯਾਦ ਰੱਖੋ। ਸਾਧ ਸੰਗ ਦਾ ਮਤਲਬ ਗੁਰੂ ਦੀ ਸ਼ਰਨ ਵਿੱਚ ਜਾ ਕੇ ਗੁਰੂ ਦੀ ਸ਼ਰਨ ਲਓ ਔਰ ਗੁਰੂ ਦੀ ਸ਼ਰਨ ਲੈ ਕੇ ਹਰੀ ਦੇ ਗੁਣਾਂ ਨੂੰ ਯਾਦ ਰੱਖੋ, ਇੰਪਲੀਮੈਂਟ ਕਰੋ। ਬਿਨਸੇ ਸਭ ਰੋਗ, ਸਾਰੇ ਰੋਗ ਮਿਟ ਜਾਣਗੇ। ਅਕਾਮ ਕ੍ਰੋਧ ਦੇ ਜਿਹੜੇ ਰੋਗ ਨੇ, ਈਰਖਾ ਦਵੇਸ਼ ਦੇ ਜੋ ਰੋਗ ਨੇ, ਮੇਰ ਤੇਰ ਦੇ ਰੋਗ ਨੇ, ਜਾਤੀਵਾਦ ਦੇ ਰੋਗ ਨੇ, ਇਹ ਸਾਰੇ ਦੇ ਸਾਰੇ ਰੋਗ ਮਿਟ ਜਾਣਗੇ ਜੇ ਤੂੰ ਗੁਰੂ ਦੇ ਚਰਨਾਂ ਦੀ ਸ਼ਰਨ ਲੈ ਔਰ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਜਾ ਕੇ ਰੱਬੀ ਗੁਣਾਂ ਨੂੰ ਯਾਦ ਰੱਖੇ। ਤਾਂ ਜੋ ਰੱਬੀ ਗੁਣ ਨੇ, ਜੋ ਰੱਬੀ ਰਜ਼ਾ ਹੈ, ਇਹਦੀ ਸੂਝ ਔਰ ਸਮਝ ਸਾਨੂੰ ਕਿੱਥੋਂ ਮਿਲੇਗੀ? ਗੁਰੂ ਦੇ ਚਰਨਾਂ ਦੀ ਸ਼ਰਨ ਦੇ ਵਿੱਚੋਂ। ਇਸ ਲਈ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਜ਼ਿੰਦਗੀ ਖੁਸ਼ਹਾਲ ਹੋਵੇ, ਰਸ ਵਾਲੀ ਹੋਵੇ, ਆਨੰਦ ਵਾਲੀ ਹੋਵੇ ਔਰ ਇਹ ਸਾਡਾ ਜੀਵਨ, ਸਾਡਾ ਇਹ ਸੰਸਾਰ ਸਵਰਗ ਹੋ ਨਿਬੜੇ, ਤਾਂ ਉਹਦੇ ਵਾਸਤੇ ਇੱਕੋ ਇੱਕ ਸਾਧਨ ਹੈ ਤੇ ਉਹ ਸਾਧਨ ਹੈ ਗੁਰੂ ਦੇ ਗਿਆਨ ਅਨੁਸਾਰ ਜ਼ਿੰਦਗੀ ਜੀਣੀ। ਗੁਰੂ ਤੋਂ ਗਿਆਨ ਦੀ ਦਾਤ ਲੈ ਕੇ, ਗੁਰੂ ਤੋਂ ਵੇ ਆਫ ਲਾਈਫ ਸਿੱਖ ਕੇ, ਗੁਰਬਾਣੀ ਪੜ੍ਹ ਸੁਣ ਸਮਝ ਕੇ ਰੱਬੀ ਗੁਣਾਂ ਨੂੰ ਆਪਣੀ ਜ਼ਿੰਦਗੀ ਦੇ ਅੰਦਰ ਇੰਪਲੀਮੈਂਟ ਕਰਕੇ ਆਪਣੇ ਜੀਵਨ ਨੂੰ ਸੁਖੀ ਔਰ ਸ਼ਾਂਤ ਕੀਤਾ ਜਾ ਸਕਦਾ ਹੈ।